ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਇਸ ਮਹਿਫਲ ਦੇ ਵਿੱਚ ਗੱਲਬਾਤ ਲੈ ਕੇ ਹਾਜ਼ਰ ਨੇ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ। ਉਹਨਾਂ ਦਾ ਸਵਾਗਤ ਕਰਦੇ ਹਾਂ। ਅਕੀਦਾ ਸਾਹਿਬ ਵੈਲਕਮ ਜੀ, ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ। ਧੰਨਵਾਦ ਸਾਰਿਆਂ ਦਾ ਜੀ। ਕੀ ਹਾਲ ਚਾਲ? ਠੀਕ ਠਾਕ? ਹਾਂ ਚਾਵਲਾ ਸਾਹਿਬ ਬਹੁਤ ਵਧੀਆ ਹੈਗਾ। ਕੋਵਿਡ-19 ਦੇ ਕੇਸ ਥੋੜੇ ਮੱਧਮ ਪੈਣੇ ਸ਼ੁਰੂ ਹੋਏ ਨੇ ਔਰ ਲੱਖਾਂ ਦੇ ਵਿੱਚ ਆ ਗਏ ਨੇ ਤੇ ਉਦੋਂ ਬਾਅਦ ਹੁਣ ਹੌਲੀ ਖਤਮ ਹੋ ਜਾਣਗੇ ਤੇ ਹੁਣ ਰਾਜਨੀਤੀ ਫਿਰ ਜਿਹੜੀ ਹੈ ਉਹ ਗਰਮ ਹੋਣ ਲੱਗ ਪਈ ਹੈ। ਖਾਸ ਤੌਰ ਤੇ ਜਿਹੜੇ ਕਿਸਾਨ ਇੱਕ ਪਿੰਡ ਬਣਾ ਕੇ ਬੈਠੇ ਹੋਏ ਨੇ ਮੋਰ ਦੈਨ 6 ਮੰਥ ਤੇ 300-400 ਸਾਥੀ ਆਪਣੇ ਉਹ ਇਸ ਸੰਸਾਰ ਤੋਂ ਉਹਨਾਂ ਦੇ ਚਲੇ ਗਏ ਨੇ, ਫਿਰ ਵੀ ਦ੍ਰਿੜ ਇਰਾਦਿਆਂ ਦੇ ਵਿੱਚ ਨੇ ਕਿ ਅਸੀਂ ਇਹ ਬਿੱਲ ਵਾਪਸ ਕਰਵਾ ਕੇ ਹੀ ਵਾਪਸ ਆਉਣਾ ਹੈ। ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਹੈ ਕਿ ਕਿਸਾਨਾਂ ਨਾਲ ਮੀਟਿੰਗ ਕਰਾਂਗੇ, ਪਰ ਮੀਟਿੰਗ ਕਰਾਂਗੇ ਖੇਤੀ ਕਾਨੂੰਨਾਂ ਬਾਰੇ ਕੋਈ ਠੋਸ ਤਰਕ ਪੇਸ਼ ਕਰਨ। ਕਿਸਾਨ ਪੰਚਾਂ ਦਾ ਕਿਹਾ ਸਿਰ ਮੱਥੇ, ਬਰਨਾਲਾ ਉੱਥੇ ਦਾ ਉੱਥੇ। ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ ਦੇਖੋ, ਬਿਆਨ ਤੋਮਰ ਦਾ ਆਇਆ ਉਦੋਂ ਜਦੋਂ ਕਿਸੇ ਪੱਤਰਕਾਰ ਨੇ ਪੁੱਛਿਆ ਵੈਸੇ ਉਹਨਾਂ ਨੂੰ ਇਹ ਗੱਲ ਵੀ ਕਿਸਾਨਾਂ ਨਾਲ ਗੱਲ ਕਦੋਂ ਹੋਏ। ਕਿਸਾਨਾਂ ਨਾਲ ਗੱਲ ਤਾਂ ਕਰਾਂਗੇ ਅਸੀਂ, ਪਰ ਉਹ ਠੋਸ ਤਾਂ ਕੋਈ ਨੀਤੀ ਲੈ ਕੇ ਆਉਣ ਨਾ ਖੇਤੀ ਬਿੱਲਾਂ ਦੇ ਸੰਬੰਧ ਵਿੱਚ, ਕੋਈ ਤਰਕ ਦੀ ਨੀਤੀ ਲੈ ਕੇ ਆਉਣ ਵੀ ਖੇਤੀ ਬਿੱਲ ਠੀਕ ਨਹੀਂ ਹੈਗੇ। ਤੇ ਇਸ ਕਰਕੇ ਅਸੀਂ ਗੱਲਬਾਤ ਕਰਨ ਲਈ ਤਿਆਰ ਹੈ, ਗੱਲਬਾਤ ਕਰਨ ਲਈ ਤਿਆਰ ਹਾਂ। ਪਰ ਜਿਵੇਂ ਤੁਸੀਂ ਆਖਿਆ ਬਰਨਾਲਾ ਉੱਥੇ ਦਾ ਉੱਥੇ, ਇਹਦੀ ਵਿਰੋਧਤਾ ਹੋਈ ਆ। ਤੋਮਰ ਦੇ ਇਸ ਬਿਆਨ ਦੀ ਕਾਫੀ ਆਲੋਚਨਾ ਵੀ ਹੋਈ ਆ। ਕਿਸਾਨਾਂ ਵੱਲੋਂ ਕਿਹਾ ਗਿਆ ਕਿ ਇਹ ਤਾਂ ਉਦਾਂ ਹੀ ਦੀ ਗੱਲ ਬਣੀ ਨਾ ਕਿ ਤੁਸੀਂ ਆ ਜਾਓ ਤੇ ਸਾਡੇ ਮੁਤਾਬਕ ਦੀ ਤੁਸੀਂ ਗੱਲ ਕਰ ਲਓ। ਕਾਂਗਰਸ ਵੱਲੋਂ ਵੀ ਕਿਹਾ ਗਿਆ ਕਿ ਇਹ ਜਿਹੜਾ ਤੋਮਰ ਦਾ ਬਿਆਨ ਹੈਗਾ ਇਹ ਇੱਕ ਤਰ੍ਹਾਂ ਦਾ ਜਲਾਲਤ ਕਰਨ ਵਾਲਾ ਬਿਆਨ ਹੈਗਾ। ਉਸਨੂੰ ਖੁਦ ਪਤਾ ਨਹੀਂ ਮੈਂ ਕੀ ਕਹਿ ਕੀ ਰਿਹਾ। ਤੋਮਰ ਦੇ ਬਿਆਨ ਦੇ ਸੰਬੰਧ ਵਿੱਚ ਆਲੋਚਨਾਵਾਂ ਤਾਂ ਹੁੰਦੀਆਂ ਰਹੀਆਂ ਕਰ, ਪਰ ਲੰਮਾ ਸਮਾਂ ਹੋਇਆ ਚਾਵਲਾ ਸਾਹਿਬ ਖੇਤੀ ਬਿੱਲਾਂ ਦੇ ਸੰਬੰਧ ਵਿੱਚ 6 ਮਹੀਨੇ ਹੋ ਗਏ ਆ ਕਿਸਾਨਾਂ ਨੂੰ ਦਿੱਲੀ ਬਾਰਡਰ ਤੇ ਬੈਠਿਆਂ। ਗੱਲ ਤਾਂ ਹੋਣੀ ਚਾਹੀਦੀ ਆ। ਮੋਦੀ ਜੀ ਕਹਿ ਦਿੰਦੇ ਆ ਕਿ ਇੱਕ ਕਾਲ ਤੋਂ ਦੂਰ ਹੈ ਸਾਡਾ ਜਿਹੜਾ ਖੇਤੀ ਬਿੱਲਾਂ ਨਾਲ ਸੰਬੰਧ ਜਿਹੜਾ ਹੈਗਾ, ਅਸੀਂ ਮੀਟਿੰਗ ਕਰਾਂਗੇ, ਪਰ ਉਹ ਕਾਲ ਹੁੰਦੀ ਨਹੀਂ। ਤੇ ਤੋਮਰ ਜੀ ਵੀ ਕਹਿ ਦਿੰਦੇ ਆ ਕਿ ਤਰਕਵਾਦੀ, ਪਹਿਲਾਂ ਵੀ ਤਰਕਵਾਦੀ ਸਿਸਟਮ ਤਰੀਕੇ ਨਾਲ ਕਿਸਾਨਾਂ ਨੇ ਬਿੱਲਾਂ ਦੇ ਬਾਰੇ ਦੱਸਿਆ ਹੈਗਾ, ਸਾਰੇ ਹੀ ਪੱਖ ਪੇਸ਼ ਕੀਤੇ ਆ ਤੇ ਮੰਨਦੇ ਵੀ ਰਹੇ ਆ ਤੋਮਰ ਜੀ ਵੀ ਹਾਂ ਕੁਝ ਗਲਤੀਆਂ ਤਾਂ ਹੈਗੀਆਂ ਨੇ। ਬੀਜੇਪੀ ਵਾਲੇ ਬੰਦੇ ਵੀ ਤਾਂ ਕਹਿ ਰਹੇ ਨੇ ਹੁਣ ਵੀ ਕਿ ਐਡਾ ਤਾਂ ਮੂਰਖ ਨਹੀਂ ਕੋਈ ਕੌਮ ਹੁੰਦੀ ਜ਼ਿਮੀਂਦਾਰ, ਤੇ ਇੱਕ ਵੀ ਗਲਤੀ ਨਾ ਹੋਵੇ ਖੇਤੀ ਕਾਨੂੰਨ 'ਚ ਜਾ ਕੇ ਧਰਨ ਦੇ ਬਹਿ ਜਾਣਾ। ਕੁਝ ਨਾ ਕੁਝ ਤਾਂ ਗਲਤੀਆਂ ਹੈਗੀਆਂ ਨੇ ਕਾਨੂੰਨ ਦੇ ਵਿੱਚ, ਤਾਂ ਹੀ ਤਾਂ ਧਰਨ ਦੇ ਬੈਠੇ ਆ। ਸੋ ਮੰਨਦੇ ਵੀ ਹੈ ਬੀਜੇਪੀ ਵਾਲੇ, ਪਰ ਗੱਲ ਕੀ ਆ ਵੀ ਮੋਦੀ ਜੀ ਨੂੰ ਆਉਣਾ ਚਾਹੁੰਦੇ ਹੋ। ਮੋਦੀ ਜੀ ਦਾ ਚਿਹਰਾ ਮੋਹਰਾ ਜਿਹੜਾ ਬਣਿਆ ਹੋਣਾ, ਉਹਦੀ ਜਿਹੜੀ ਦਿੱਖ ਬਣੀ ਹੋਈ ਆ, ਉਸ ਦਿੱਖ ਨੂੰ ਖਤਮ ਨਹੀਂ ਕਰਨਾ ਚਾਹੁੰਦੇ। ਜੇਕਰ ਖੇਤੀ ਕਾਨੂੰਨ ਵਾਪਸ ਕਰ ਲੈਂਦੇ ਆ ਇਹ, ਤਾਂ ਮੋਦੀ ਜੀ ਦਿੱਖ ਜਿਹੜੀ ਬਣਾਈ ਹੋਈ ਆ ਵੀ ਹਾਂ ਉਹ ਤਾਂ ਪਿੱਛੇ ਨਹੀਂ ਹਟਦੇ, ਜੇ ਤਾਂ ਜੋ ਕਹਿ ਦਿੱਤਾ ਬਸ, ਪਿੱਛੇ ਹਟਣ ਵਾਲੇ ਮੋਦੀ ਜੀ ਨਹੀਂ ਹੈਗੇ। ਉਹ ਦਿੱਖ ਤੇ ਅੜੇ ਹੋਏ ਨੇ। ਉਸੇ ਕਰਕੇ ਭਾਜਪਾ ਦਾ ਨੁਕਸਾਨ ਵੀ ਹੋ ਰਿਹਾ, ਉਸੇ ਕਰਕੇ ਪ੍ਰੋਬਲਮ ਆ ਰਹੇ ਨੇ। ਜਿੱਥੇ ਮੋਦੀ ਦਾ ਹਰ ਚੋਣਾਂ ਦੇ ਵਿੱਚ ਬੱਲੇ ਬੱਲੇ ਹੁੰਦੀ ਸੀਗੀ, ਉਹ ਹੁਣ RSS ਦੇ ਆਗੂ ਮੋਹਨ ਭਾਗਵਤ ਨੇ ਕਹਿ ਦਿੱਤਾ ਕਿ ਯੂਪੀ ਦੀਆਂ ਚੋਣਾਂ ਮੋਦੀ ਦੇ ਚਿਹਰੇ ਨਾਲ ਨਹੀਂ ਲੜਾਂਗੇ ਅਸੀਂ, ਸਗੋਂ ਜੋਗੀ ਦੇ ਚਿਹਰੇ ਨਾਲ ਲੜਾਂਗੇ ਅਸੀਂ। ਇਹਦਾ ਮਤਲਬ ਹੈ ਕਿ ਮੋਦੀ ਦਾ ਚਿਹਰਾ ਹਲਕਾ ਪੈ ਰਿਹਾ ਭਾਰਤ ਵਿੱਚ। ਤੋ ਇਹ ਖੇਤੀ ਕਾਨੂੰਨਾਂ ਦਾ ਜਿਹੜਾ ਖਤਮ, ਜਿਹੜਾ ਕਿ ਭਾਜਪਾ ਦੇ ਵਿਰੋਧ ਵਿੱਚ ਚੱਲ ਰਿਹਾ ਚਾਵਲਾ। ਔਰ ਵੌਇਸ ਆਫ ਸਿਟੀ 1320 AM ਤੇ ਅਜਨਾਮਾ ਨੇ ਜਿਹੜਾ ਅਜਨਾਮਾ ਲਿਖਿਆ ਸੀ ਉਹ ਵੀ ਇਸੇ ਸੰਦਰਭ ਦੇ ਵਿੱਚ ਸੀਗਾ। ਸ਼ਾਇਦ ਤੁਸੀਂ ਸੁਣਿਆ ਹੋਵੇਗਾ, ਬਹੁਤ ਸਾਰੇ ਵੀਰਾਂ ਨੇ ਰਾਤੀ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਮੈਂ ਸੁਣਾਇਆ ਵੀ ਸੀਗਾ ਕਿ ਇਸ਼ਾਰਾ ਇਹੀ ਕਰਦਾ ਕਿ ਜਿਹੜਾ ਚਿਹਰਾ ਲੈ ਕੇ ਭਾਜਪਾ ਆਪਣੀ ਹਰ ਇੱਕ ਗੱਲ ਨੂੰ ਮਨਾਉਣ ਦੇ ਵਿੱਚ ਕਾਮਯਾਬ ਰਹੀ ਹੈ, ਉਹ ਚਿਹਰਾ ਹੁਣ ਕਿਤੇ ਨਾ ਕਿਤੇ ਹਟਾਇਆ ਜਾ ਰਿਹਾ ਹੈ। ਮੈਂ ਨਹੀਂ ਕਹਿ ਰਿਹਾ, ਅਖਬਾਰ ਕਹਿ ਰਹੀ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਗੈਰ ਭਾਜਪਾਈ ਸਰਕਾਰਾਂ ਦੇ ਸੂਬੇ ਇਕੱਤਰ ਹੋ ਕੇ ਭਾਜਪਾ ਨੂੰ ਹਰਾਉਣ ਦੀ ਮੁਹਿੰਮ ਵਿੱਢਣ। ਰਾਕੇਸ਼ ਟਕੈਤ ਨਾਲ ਮੀਟਿੰਗ, ਕੀ ਕਹਿਣਾ ਚਾਹੋਗੇ? ਰਾਕੇਸ਼ ਟਕੈਤ ਨਾਲ ਮੀਟਿੰਗ ਹੋਈ ਆ ਮਮਤਾ ਦੀ ਚਾਵਲਾ ਸਾਹਿਬ। ਰਾਕੇਸ਼ ਟਕੈਤ ਨਾਲ ਮੀਟਿੰਗ ਦੇ ਵਿੱਚ ਕਾਫੀ ਮੁੱਦੇ ਵਿਚਾਰੇ ਗਏ ਆ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਜਿੰਨੇ ਗੈਰ ਭਾਜਪਾਈ ਸਰਕਾਰਾਂ ਨੇ ਸੂਬਿਆਂ ਦੇ ਵਿੱਚ, ਉਹ ਸਾਰੇ ਇਕੱਤਰ ਹੋ ਕੇ ਭਾਜਪਾ ਦੇ ਖਿਲਾਫ ਮੁਹਿੰਮ ਵਿੱਢਣ ਤਾਂ ਕਿ ਭਾਜਪਾ ਨੂੰ ਮੋਦੀ ਨੂੰ ਹਰਾਇਆ ਜਾ ਸਕੇ। ਇਹ ਗੱਲ ਬੜੀ ਵੱਡੀ ਹੈਗੀ ਆ। ਰਾਕੇਸ਼ ਟਕੈਤ ਨੇ ਕਿਹਾ ਕਿ ਬੀਜੇਪੀ ਤੋਂ ਬਹੁਤ ਵੱਡੇ ਦੁਸ਼ਮਣ ਨੂੰ ਹਰਾਇਆ, ਭਾਰਤ ਦੇ ਦੁਸ਼ਮਣ ਨੂੰ ਹਰਾਇਆ ਬਹੁਤ ਵੱਡੇ। ਰਾਕੇਸ਼ ਟਕੈਤ ਨੇ ਗੱਲ ਕਹੀ ਆ, ਮਤਲਬ ਦੁਸ਼ਮਣ ਮੰਨ ਲਿਆ
ਕਿਸਾਨਾਂ ਨੇ ਮੋਦੀ ਨੂੰ ਆਪਣਾ ਇਹ ਆਪਣੇ ਆਪ ਚ ਵਧੀਆ। ਦੇਖੋ ਮਮਤਾ ਬੈਨਰਜੀ ਦੀ ਸਿਆਸਤ ਚੱਲ ਰਹੀ ਆ, ਉਹਨਾਂ ਦੀ ਚੱਪਲ ਵਿੱਚ ਚੱਲ ਕੇ ਸਾੜੀ ਵਿੱਚ ਬੀਬੀ ਫਿਰਦੀ ਹੋਈ ਉਹ ਭਾਰਤ ਦੇ ਸਿਸਟਮ ਦੇ ਜਿਹੜੀ ਰਾਜਨੀਤਿਕ ਸਿਸਟਮ ਉਹ ਹਿਲਾ ਰਹੀ ਆ। ਇਹ ਗੱਲ ਸੱਚੀ ਆ, ਕੋਈ ਦੋਰਾਮਾ ਨਹੀਂ ਹੈ। ਤੇ ਜੇਕਰ ਉਹ ਕੇਂਦਰੀ ਰਾਜਨੀਤੀ ਵਿੱਚ ਆਉਂਦੀ ਆ ਤਾਂ ਮੋਦੀ ਲਈ ਵਕਤ ਮਾੜਾ ਮੋੜਾ ਦਾ ਵਕਤ ਪਾਵੇਗੀ, ਪੱਕਾ ਡੈਫੀਨੇਟ ਪਵੇਗੀ, ਕਿਉਂਕਿ ਉਹਨੇ ਦਿਖਾਤਾ ਉੱਥੇ ਪੱਛਮੀ ਬੰਗਾਲ ਦੇ ਵਿੱਚ ਕਿ ਇੱਕ ਬੀਬੀ ਕੀ ਕਰ ਸਕਦੀ ਆ। ਚਲੋ ਦੋਸਤੋ, ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਮੈਂ ਤੁਹਾਡਾ ਦੋਸਤ ਅਤੇ ਹੋਰ ਦਿਲਬਾਗ ਸਿੰਘ ਚਾਵਲਾ। ਅਗਲਾ ਜੇਕਰ ਗੱਲ ਕਰੀਏ ਅਸੀਂ ਤਾਂ ਮਾਮਲਾ ਕਾਫੀ ਜਿਹੜਾ ਹੈ ਉਹ ਹੁਣ ਹੋਰ ਤੂਲ ਫੜੇਗਾ ਆਉਣ ਵਾਲੇ ਦਿਨਾਂ ਦੇ ਵਿੱਚ, ਖਾਸ ਤੌਰ 'ਤੇ ਪੰਜਾਬ ਕਾਂਗਰਸ ਦਾ ਜਿਹੜਾ ਕਾਟੋ ਕਲੈਸ਼ ਹੈ ਉਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਮਹਾਰਾਸ਼ਟਰ ਦੀ ਸੈਰ ਕਰ ਆਈਏ। ਮਹਾਰਾਸ਼ਟਰ ਦੇ ਮਾਲੀਆ ਮੰਤਰੀ ਨੇ ਬਾਲਾ ਸਾਹਿਬ ਥੋਰਾਟ ਖੇਤੀ ਕਾਨੂੰਨ ਵਿੱਚ ਸੋਧ ਕਰੇਗੀ ਮਹਾਰਾਸ਼ਟਰ ਸਰਕਾਰ। ਬੜਾ ਵੱਡਾ ਬਿਆਨ ਹੈ, ਕੀ ਕਹਿਣਾ ਚਾਹੋਗੇ? ਹਾਂ, ਮਹਾਰਾਸ਼ਟਰ ਸਰਕਾਰ ਨੇ ਕਿਹਾ ਕਿ ਜਿਹੜਾ ਕਿ ਥਰਾਟ ਹੈਗੇ ਆ ਉਹਨਾਂ ਦੇ ਜਿਹੜੇ ਮੁੱਖ ਤੌਰ ਤੇ ਆਗੂ ਹੈਗਾ ਥਰਾਟ, ਉਹਨਾਂ ਨੇ ਇਹ ਗੱਲ ਬੜੇ ਵੱਡੇ ਪੱਧਰ ਤੇ ਆਖੀ ਆ ਕਿ ਮਹਾਰਾਸ਼ਟਰ ਸਰਕਾਰ ਵੀ ਖੇਤੀ ਕਾਨੂੰਨਾਂ ਦੇ ਵਿੱਚ ਸੋਧ ਕਰੇਗੀ, ਉਹ ਆਪਣਾ ਖੇਤੀ ਬਿੱਲ ਲੈ ਕੇ ਆਏਗੀ। ਉਹਨਾਂ ਕਿਹਾ ਕਿ ਜਿਹੜੇ ਕੇਂਦਰ ਸਰਕਾਰ ਦੇ ਕਾਨੂੰਨ ਹੈਗੇ ਆ, ਖੇਤੀ ਕਾਨੂੰਨ ਬਣਾਏ ਆ ਨਵੇਂ, ਉਹ ਕਿਸਾਨਾਂ ਦੇ ਵਿਰੋਧੀ ਹੈ। ਕਿਸਾਨਾਂ ਦੇ ਵਿਰੋਧੀ ਕਾਨੂੰਨਾਂ ਨੂੰ ਅਸੀਂ ਲਾਗੂ ਨਹੀਂ ਕਰਾਂਗੇ, ਸਗੋਂ ਆਪਣੇ ਕਾਨੂੰਨ ਹੀ ਲਾਗੂ ਕਰਾਂਗੇ। ਮਹਾਰਾਸ਼ਟਰ ਸਰਕਾਰ ਵੱਲੋਂ ਇਹ ਕਿਹਾ ਜਾਣਾ ਮੋਦੀ ਲਈ ਹੋਰ ਵੀ ਖਤਰੇ ਦੀ ਘੰਟੀ ਹੈ, ਵੱਡੀ ਗੱਲ ਹੈ। ਤੇ ਗੱਲ ਕੁਝ ਦਿਨ ਪਹਿਲਾਂ ਹੀ ਕੱਲ ਹੀ ਉਹਦਾ ਮੁਲਾਕਾਤ ਹੋਈ ਆ ਉਧਵ ਠਾਕਰੇ ਦੀ ਮੋਦੀ ਜੀ ਨਾਲ, ਤੇ ਅੱਜ ਉਹਦਾ ਬਿਆਨ ਵੀ ਆ ਗਿਆ। ਜਿਹੜਾ ਉਧਵ ਠਾਕਰੇ ਤੋਂ ਮੀਟਿੰਗ ਤੋਂ ਬਾਅਦ ਇਹ ਬਿਆਨ ਸਰਕਾਰ ਦਾ ਆਇਆ ਕਿ ਅਸੀਂ ਖੇਤੀ ਕਾਨੂੰਨਾਂ ਦੇ ਵਿਰੁੱਧ ਆਪਣਾ ਕਾਨੂੰਨ ਹੀ ਪੇਸ਼ ਕਰਾਂਗੇ। ਜੇਕਰ ਉੱਥੇ ਵੀ ਕਾਨੂੰਨ ਬਣ ਜਾਂਦੇ ਆ ਖੇਤੀ ਕਾਨੂੰਨਾਂ ਦੇ ਵਿਰੁੱਧ ਤਾਂ ਫਿਰ ਹੋਰ ਵੱਡੀ ਗੱਲ ਬਣਦੇ ਨੇ ਚੌਰਾ। ਤੇ ਪੰਜਾਬ ਕਾਂਗਰਸ 5 ਸੰਸਦ ਮੈਂਬਰਾਂ ਦੀ ਕਮੇਟੀ ਜਿਹੜੀ ਮੁਲਾਕਾਤ ਕੀਤੀ ਉਹਦੇ ਉੱਤੇ ਵੀ ਤੁਹਾਡਾ ਨਜ਼ਰੀਆ ਜਾਣਨਾ ਚਾਹਾਂਗੇ, ਕਹਿਣਾ ਚਾਹੋਗੇ? ਚਲੋ ਦੇਖੋ, ਅਜੇ 2-3 ਦਿਨਾਂ ਲਈ ਜਿਹੜਾ ਨਾ ਇੱਕ ਆਗੂ ਹੈਗਾ ਉਹਦਾ ਜਿਤਨ ਪ੍ਰਸਾਦ ਕਾਂਗਰਸ ਦਾ, ਪੱਛਮੀ ਬੰਗਾਲ ਦਾ ਕਾਂਗਰਸ ਦਾ ਇੰਚਾਰਜ ਵੀ ਰਿਹਾ, ਉਸ ਨੇ ਕਾਂਗਰਸ ਛੱਡੀ ਆ, ਭਾਜਪਾ ਸ਼ਾਮਲ ਹੋਇਆ, ਥੋੜਾ ਜਿਹਾ ਕਾਂਗਰਸ ਦੇ ਵਿੱਚ ਹਿਲਚੁਲ ਹੋਈ। ਉਸ ਕਰਕੇ ਜਿਹੜੀ ਕਮੇਟੀ ਨੇ ਰਿਪੋਰਟ ਪੇਸ਼ ਕਰਨੀ ਸੀਗੀ ਜਿਹੜਾ ਸੋਨੀਆ ਗਾਂਧੀ ਕੋਲੇ, ਉਹ ਰਿਪੋਰਟ ਵੀ 2-3 ਦਿਨਾਂ ਵਾਸਤੇ ਰੋਕ ਲਈ ਹੈ ਫਿਲਹਾਲ। ਕਮੇਟੀ ਵਿੱਚ ਜੋ ਸਿਫਾਰਸ਼ਾਂ ਕੀਤੀਆਂ ਹੋਈਆਂ ਨੇ, ਜੋ ਨਸ਼ਰ ਹੋ ਰਹੇ ਨੇ ਬਾਹਰ, ਉਹਦੇ ਵਿੱਚ ਜਿਹੜਾ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਆਖੀ ਜਾ ਰਹੀ ਹੈ। ਭਾਵੇਂ ਕਿ ਨਵਜੋਤ ਸਿੱਧੂ ਵੱਲੋਂ ਇਹ ਉਹਦਾ ਸਵੀਕਾਰਿਆ ਨਹੀਂ ਜਾ ਰਿਹਾ, ਪਹਿਲਾਂ ਕਹਿ ਦਿੱਤਾ ਗਿਆ ਵੀ ਨਹੀਂ ਬਣਾ ਮੁੱਖ ਮੰਤਰੀ ਮੈਂ, ਉਹ ਪ੍ਰਧਾਨਗੀ ਮੰਗਦੇ ਆ ਕਾਂਗਰਸ ਦੀ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਵੀ ਕਾਂਗਰਸ ਦਾ ਪ੍ਰਧਾਨ ਬਣਾਉਣਾ ਉਹ ਵੀ ਸਾਡੇ ਬਾਅਦ ਠੀਕ ਨਹੀਂ, ਸੰਭਾਲ ਨਹੀਂ ਸਕਣਗੇ ਪੰਜਾਬ ਨੂੰ ਨਵਜੋਤ ਸਿੱਧੂ, ਇਸ ਕਰਕੇ ਕਾਂਗਰਸ ਦਾ ਪ੍ਰਧਾਨ ਉਹਨੂੰ ਬਣਾਇਆ ਨਹੀਂ ਜਾ ਸਕਦਾ। ਤੇ ਉਹ ਇਸ ਤਰੀਕੇ ਨਾਲ ਇੱਕ ਦਲਿਤ ਜਿਹੜਾ ਪ੍ਰਧਾਨ ਬਣੇਗਾ, ਇੱਕ ਦਲਿਤਾਂ ਦਾ ਆਗੂ ਸਹਾਇਕ ਪ੍ਰਧਾਨ ਹੋਏਗਾ, ਇੱਕ ਹਿੰਦੂ ਹੋਏਗਾ, ਇਹ ਵੀ ਆਪਾਂ ਗੱਲ ਕਰ ਚੁੱਕੇ ਪਹਿਲਾਂ। ਏਦਾਂ ਦਾ ਨਸਲ ਹੋ ਰਹੀ ਹੈ। ਤੇ ਹੁਣ ਪਹਿਲਾਂ 3 ਮੈਂਬਰ ਪਾਰਲੀਮੈਂਟ ਮਿਲੇ ਸੀ, ਹੁਣ ਪ੍ਰਨੀਤ ਕੌਰ ਸਮੇਤ 5 ਮੁਹੰਮਦ ਸਦੀਕ ਵਰਗੇ ਬੰਦੇ 5 ਮੈਂਬਰ ਪਾਰਲੀਮੈਂਟ ਨੇ ਉਹਦੇ ਨਾਲ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਹੈ। ਤੇ ਮੁਲਾਕਾਤ ਦਾ ਖੈਰ ਪਤਾ ਹੀ ਆਪਾਂ ਨੂੰ, ਇਹ ਸਮਰਥਨ ਦੇਣ ਦਾ ਇੱਕ ਨਜ਼ਰੀਆ ਹੁੰਦਾ, ਸਮਰਥਨ ਦੇਣ ਦੀ ਗੱਲ ਹੁੰਦੀ ਹੈ। ਖੈਰ ਪ੍ਰਨੀਤ ਕੌਰ ਤਾਂ ਅਮਰਿੰਦਰ ਤੋਂ ਬਾਹਰ ਜਾ ਨਹੀਂ ਸਕਦੀ ਧਰਮਪਤਨੀ ਦੀ, ਬਿਲਕੁਲ। ਤੇ ਬਾਕੀ ਹੋਰ ਜਿਹੜੇ 4 ਮੈਂਬਰ ਪਾਰਲੀਮੈਂਟ ਹੋਰ ਵੀ ਨਾਲ ਮਿਲੇ ਆ। ਤੇ ਇਹ ਇੱਕ ਤਰ੍ਹਾਂ ਦੀ ਨਾ ਸਮਰਥਨ ਦੇਣੀ ਰਾਜਨੀਤੀ ਹੈ। ਚਾਵਲਾ ਸਾਹਿਬ ਸਮਰਥਨ ਦਿੱਤਾ ਜਾ ਰਿਹਾ ਕੈਪਟਨ ਅਮਰਿੰਦਰ ਸਿੰਘ ਨੂੰ, ਤੇ ਉਹਦੇ ਜਿਹੜੇ ਮੋਢੇ ਥਾਪੜੇ ਜਾ ਰਹੇ ਆ। ਪਟਿਆਲੇ ਤੋਂ ਲੈ ਕੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਹੋਰ ਵੀ ਲਾਏ ਜਾ ਰਹੇ ਨੇ ਕਿ ਇੱਕੋ ਹੀ ਕੈਪਟਨ ਪੰਜਾਬ ਦੇ ਵਿੱਚ ਉਹ ਹੈ ਕੈਪਟਨ ਅਮਰਿੰਦਰ ਸਿੰਘ। ਕਿਆ ਬਾਤ। ਤੇ ਉਹ ਪੋਸਟਰ ਲੱਗ ਰਹੇ ਨੇ। ਅੱਛਾ, ਕੈਪਟਨ ਵੀ ਇੱਕੋ ਹੀ ਹੈ ਤੇ ਉਹ ਹੈ ਕੈਪਟਨ ਅਮਰਿੰਦਰ ਸਿੰਘ। ਕਿਆ ਬਾਤ ਹੈ। ਇੱਕੋ ਹੀ ਕੈਪਟਨ ਪੰਜਾਬ ਦੇ ਵਿੱਚ। ਅੱਛਾ, ਇਹ ਤਾਂ ਫਿਰ ਉਹੀ ਹਿਸਾਬ ਹੋ ਗਈ ਜਿਵੇਂ ਅੱਜਨਾਮੇ ਦੇ ਵਿੱਚ ਅੱਜਨਾਮਾ ਵਾਲੇ ਤੀਸਮਾਰ ਖਾਨ ਲਿਖਦੇ ਸੀ ਕਿ ਸੁਣਿਆ ਰਫੜ ਕੁਝ ਸੰਘ ਤੇ ਭਾਜਪਾ ਦਾ, ਸੁਣਿਆ ਰਫੜ ਕੁਝ ਸੰਘ ਤੇ ਭਾਜਪਾ ਦਾ। ਜਿਵੇਂ ਕਾਂਗਰਸ ਦਾ ਰਫੜ ਪੰਜਾਬ ਦੇ ਵਿੱਚ ਹੈ ਵੀ ਇੱਕੋ ਹੀ ਕੈਪਟਨ ਹੈ ਪੰਜਾਬ ਦੇ ਵਿੱਚ, ਉਹ ਹੈ ਕੈਪਟਨ ਅਮਰਿੰਦਰ ਸਿੰਘ। ਹੁਣ ਉਹ ਚਿਹਰੇ ਦੀ ਗੱਲ ਕਰ ਲੱਗੇ ਕਿ ਚਿਹਰਾ ਵੱਡਾ ਲਾ ਕੇ ਦਿਖਾਇਆ ਜਾ ਰਿਹਾ। ਸੁਣਿਆ ਰਫੜ ਕੁਝ ਸੰਘ ਤੇ ਭਾਜਪਾ ਦਾ ਵੱਧ ਗਿਆ ਦੋਵਾਂ ਦੇ ਵਿੱਚ, ਕਹਿੰਦੇ ਖਚਾ ਬੇਲੀ, ਦੋਵੇਂ ਧਿਰਾਂ ਖੁਦ ਚੌਧਰ ਦੀ ਚਾਹ ਰੱਖਣ ਤੇ ਪਾਸਿਆਂ ਦੋਵਾਂ ਦਾ ਪਿਆ ਹੀ ਦਬਾ ਬੇਲੀ। ਹਾਂਜੀ, ਸੋ ਗੱਲ ਅੱਗੇ ਲਿਖਦਾ ਹੈ ਕਿ ਜਿਹੜੇ ਲੀਡਰਾਂ ਨੇ ਪਾਗਲ ਸੀ ਲੋਕ ਕੀਤੇ, ਜਿਹੜੇ
ਲੀਡਰ ਨੇ। ਪਾਗਲ ਸਨ ਲੋਕ ਕੀਤੇ ਤੇ ਘਟਿਆ ਲੋਕਾਂ ਦਾ ਉੱਥੋਂ ਕੁਝ ਚਾਅ ਬੇਲੀ, ਜਿਹੜੇ ਸੇਵਕ ਸਨ ਸੰਘ ਦੇ ਗਿਣੇ ਜਾਂਦੇ ਤੇ ਵਧਣ ਲੱਗਾ ਫਿਰ ਉਹਨਾਂ ਦਾ ਹੁਣ ਭਾ ਬੇਲੀ। ਦਿੱਤਾ ਸੰਘ ਪਰਿਵਾਰ ਨੇ ਦਖਲ ਕਹਿੰਦੇ ਤਕੜਾ, ਤੇ ਲੱਭਿਆ ਅਜੇ ਨਾ ਕੋਈ ਵੀ ਹੱਲ ਬੇਲੀ। ਉਹ ਜਿਹਦੀ ਚੌਧਰ ਦੇ ਖੜਕਦੇ ਢੋਲ ਸੀਗੇ, ਜਿਹਦੀ ਚੌਧਰ ਦੇ ਖੜਕਦੇ ਢੋਲ ਸੀਗੇ, ਤੇ ਖੁਰਦੀ ਜਾਪਦੀ ਉਹਦੀ ਹੈ ਭੱਲ ਬੇਲੀ, ਭੱਲ ਬੇਲੀ, ਭੱਲ ਬੇਲੀ। ਹੁਣ ਵੇਖਣਾ ਇਹ ਹੋਵੇਗਾ ਕਿ ਯੂਪੀ ਦੇ ਵਿੱਚ ਨਰਿੰਦਰ ਮੋਦੀ ਸਾਹਿਬ ਦੀ ਜਿਹੜੀ ਤਸਵੀਰ ਤੋਂ ਬਗੈਰ ਕੀ ਭਾਜਪਾ ਗੁੱਲ ਖਵਾਉਂਦੀ ਹੈ ਜਾਂ ਨਹੀਂ। ਜਿੱਤ ਗਈ ਤਾਂ ਵੀ, ਜੇ ਨਾ ਜਿੱਤੀ ਤਾਂ ਵੀ, ਚੰਗਾ ਕਰ ਗਈ ਤਾਂ ਵੀ, ਨਹੀਂ ਚੰਗਾ ਕਰੇਗੀ ਤਾਂ ਵੀ, ਗੱਲ ਤੇ ਹੁੰਦੀ ਰਹੇਗੀ। ਵੌਇਸ ਆਫ ਸਿਟੀ 1320 AM ਤੇ ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਵਾਪਸ ਮੁੜੀਏ, ਖੜਗੇ ਕਮੇਟੀ ਰਿਪੋਰਟ ਹਾਲੇ ਪੇਸ਼ ਕਰੇਗੀ ਜਾਂ ਨਹੀਂ, ਥੋੜਾ ਜਿਹਾ ਝਾਤ ਪਾ ਲਈਏ ਤੇ ਫਿਰ ਪੱਛਮੀ ਬੰਗਾਲ ਚੱਲਾਂਗੇ। ਹਾਂ, ਖੜਗੇ ਕਮੇਟੀ ਦੀ ਰਿਪੋਰਟ ਜਿਹੜੇ ਪਹੁੰਚ ਕਰ ਲਈ ਹੈ ਚਾਵਲਾ ਸਾਹਿਬ, ਦੇਖੋ 2-3 ਦਿਨਾਂ ਵਿੱਚ ਪੇਸ਼ ਕਰਨਗੇ ਉਹ ਰਿਪੋਰਟ ਖੜਗੇ ਕਮੇਟੀ ਵਾਲੇ, ਕਿਉਂਕਿ ਇਸ ਰਿਪੋਰਟ ਨੇ ਹੀ ਤੈਅ ਕਰਨਾ ਪੰਜਾਬ ਦਾ ਭਵਿੱਖ, 2022 ਦਾ ਭਵਿੱਖ ਤੈਅ ਕਰਨਾ ਇਸ ਰਿਪੋਰਟ ਨੇ ਹੀ। ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਬਣਾਇਆ ਜਾ ਰਿਹਾ ਉਹਨਾਂ ਦੇ ਪੱਖੀਆਂ ਵੱਲੋਂ, ਤੇ ਉਹ ਕਾਫੀ ਵੱਡੇ ਪੱਧਰ ਤੇ ਬਿਆਨਬਾਜ਼ੀ ਕਰ ਰਿਹਾ। ਪਰ ਜਿਹੜਾ ਨਵਜੋਤ ਸਿੱਧੂ ਦਾ ਖੇਮਾ ਹੈਗਾ ਉਹ ਚੁੱਪ ਹੈਗਾ। ਉਹ ਖੜਗੇ ਕਮੇਟੀ ਦੀ ਰਿਪੋਰਟ ਦੇਖ ਰਿਹਾ ਅਜੇ ਵੀ ਰਿਪੋਰਟ ਵਿੱਚ ਕੀ ਆਉਂਦਾ, ਉਹਨੂੰ ਜਾਂਚ ਰਿਹਾ, ਪੜਤਾਲ ਰਿਹਾ ਵੀ ਸ਼ਾਇਦ ਕੋਈ ਸਾਡੇ ਪੱਖ ਜਾਵੇ। ਉਹ ਚੁੱਪ ਹੈਗਾ। ਸ਼ਾਇਦ ਖੜਗੇ ਕਮੇਟੀ ਨੇ ਕਹਿ ਦਿੱਤਾ ਹੋਵੇ ਨਵਜੋਤ ਸਿੱਧੂ ਨੂੰ ਕਿ ਤੁਸੀਂ ਚੁੱਪ ਰਹਿਣਾ, ਤੁਸੀਂ ਗੱਲ ਨਹੀਂ ਕਰਨੀ 2 ਘੰਟੇ ਗੱਲ ਦੇ ਵਿੱਚ, ਸ਼ਾਇਦ ਇਹ ਗੱਲ ਵੀ ਕਹੀ ਹੋਵੇ। ਤੇ ਦੂਜੇ ਪਾਸੇ ਕੈਪਟਨ ਦਾ ਧੜਾ ਜਿਹੜਾ ਹੈਗਾ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕੈਪਟਨ ਦੇ ਤੌਰ ਤੇ ਪੇਸ਼ ਕਰ ਰਿਹਾ, ਤੇ ਉਹਦੀ ਬਹੁਤ ਚਰਚਾ ਹੋ ਰਹੀ ਹੈ ਪੰਜਾਬ ਦੇ ਵਿੱਚ। ਦੇਖੋ ਖੜਗੇ ਕਮੇਟੀ ਕੀ ਫੈਸਲਾ ਕਰਦੀ ਹੈ। ਚਲੋ, ਕੱਦਵਾਰ ਨੇਤਾ ਦਲ ਬਦਲਦੇ ਨੇ, ਉਹਨਾਂ ਦੇ ਸਾਥੀ ਉਹਨਾਂ ਦੇ ਨਾਲ ਸਹਿਮਤ ਹੁੰਦੇ ਜਾਂ ਨਹੀਂ ਹੁੰਦੇ। ਹਰ ਬੰਦਾ ਜਿਹੜਾ ਹੈ ਚੰਮ ਨੂੰ ਨਹੀਂ ਕੰਮ ਨੂੰ ਰੋਂਦਾ ਜੀ, ਉੱਥੇ ਗਰਜਾਂ ਨੂੰ ਰੋਂਦੇ ਨੇ ਲੋਕ, ਹੈ ਨਾ। ਜਿਵੇਂ ਹੁਣ ਸੁਖਪਾਲ ਸਿੰਘ ਖਹਿਰਾ ਆਪਣੇ ਕੀ ਉਹਨੇ ਆਪਣੇ ਵੋਟਰਸ ਨੂੰ ਪੁੱਛਿਆ ਜਿਨ੍ਹਾਂ ਨੇ ਕਦੇ ਉਹਨਾਂ ਦਾ ਸਾਥ ਦਿੱਤਾ ਹੋਗਾ ਵੀ ਮੈਂ ਆਮ ਆਦਮੀ ਪਾਰਟੀ 'ਚ ਆਉਣ ਲੱਗਾ ਜਾਂ ਮੁੜ ਮੈਂ ਕਾਂਗਰਸ ਚੱਲਿਆ। ਹੁਣ ਉਹਦਾ ਆਪਣਾ ਇੰਡੀਵਿਜੂਅਲ ਫੈਸਲਾ, ਤੇ ਉਹ ਫੈਸਲੇ ਦੇ ਉੱਤੇ ਕਹਿੰਦਾ ਕਿ ਜੇ ਮੈਂ ਸਤਰਕ ਰਾਜਨੀਤੀ 'ਚ ਰਹਿਣਾ ਤੇ ਮੈਨੂੰ ਇੱਕ ਅਜਿਹੀ ਪਾਰਟੀ ਦੀ ਲੋੜ ਹੈ ਜਿਹੜੀ ਪਾਰਟੀ ਸਤਰਕ ਰਾਜਨੀਤੀ ਦੇ ਵਿੱਚ ਅਗਾਂਹ ਵਧਣ ਦੇ ਵਿੱਚ ਮੇਰਾ ਸਾਥ ਦੇ ਸਕਦੀ ਹੈ। ਤਰਕ ਵੇਖੋ। ਇਸੇ ਤਰ੍ਹਾਂ ਦਲ ਬਦਲਦੇ ਨੇਤਾ ਪੱਛਮੀ ਬੰਗਾਲ ਦੇ ਇੱਕ ਇੰਚਾਰਜ ਰਹੇ ਨੇ ਕਾਂਗਰਸੀ ਆਗੂ ਜਤਨ ਪ੍ਰਸ਼ਾਦ ਭਾਜਪਾ 'ਚ ਸ਼ਾਮਲ ਹੋਏ ਨੇ। ਭਾਜਪਾ ਦੇ ਆਗੂਆਂ ਨੇ ਕਿਹਾ ਕਿ ਪ੍ਰਸ਼ਾਦ ਵਾਕਿਆ ਹੀ ਮਿੱਠਾ ਹੈ ਤੇ ਕੱਦਵਾਰ ਹੈ। ਆਗੂ ਕੀ ਕਹਿਣਾ ਚਾਹੋਗੇ? ਕੱਦਾਵਾਰ ਨੇਤਾ ਕਿਹਾ ਉਹ ਇੱਕ ਨਾ ਟਵਿੱਟਰ ਤੇ ਇੱਕ ਬੜੀ ਵੱਡੀ ਹੈਸ਼ਟੈਗ ਚੱਲ ਰਿਹਾ ਟੈਗਿੰਗ ਹੋ ਰਹੀ ਹੈ। ਉਹ ਕਹਿੰਦੇ ਵੀ ਭਾਜਪਾ ਨੇ ਕਿਹਾ ਸੀ ਕਿ ਅਸੀਂ ਕੋਈ ਵੀ ਕਰਪਸ਼ਨ ਵਾਲਾ ਨੇਤਾ, ਕੋਈ ਵੀ ਜਿਹੜਾ ਕਿ ਇੱਥੇ ਕਰਪਟ ਨੇਤਾ ਹੈ ਜਾਂ ਕੋਈ ਵੀ ਅਸੀਂ ਛੱਡਾਂਗੇ ਨਹੀਂ, ਬਖਸ਼ਾਂਗੇ ਨਹੀਂ। ਕਹਿੰਦਾ ਸੱਚੀ ਮੁੱਚੀ ਗੱਲ ਸੱਚੀ ਹੋ ਗਈ। ਸਾਰੇ ਉਹਦੇ ਭਾਜਪਾ ਵਿੱਚ ਸ਼ਾਮਲ ਕਰਦੇ, ਸਾਰੇ ਭਾਜਪਾ ਸ਼ਾਮਲ, ਬਾਹਰ ਰਹਿਣ ਨਹੀਂ ਦੇਣਾ ਕੋਈ। ਉਹ ਬੜੇ ਇਸ ਤਰੀਕੇ ਨਾਲ ਬੜਾ ਵੱਡਾ ਟੈਗ ਚੱਲ ਰਿਹਾ ਹੈ ਟਵਿੱਟਰ ਦੇ ਉੱਪਰ ਕਿ ਸਾਰੇ ਭਾਜਪਾ ਆਪਣੇ ਵਿੱਚ ਸ਼ਾਮਲ ਕਰ ਲਿਆ, ਕੋਈ ਰਹਿ ਨਹੀਂ ਦਿੱਤਾ, ਸਾਰੇ ਹੀ ਪਵਿੱਤਰ ਹੋ ਗਏ ਆਪਣੇ ਵਿੱਚ ਸ਼ਾਮਲ ਕਰਕੇ। ਸੋ ਜਤਨ ਪ੍ਰਸ਼ਾਦ ਜਿਹੜਾ ਹੈਗਾ ਉਹ ਪੱਛਮੀ ਬੰਗਾਲ ਦਾ ਕਾਂਗਰਸ ਦਾ ਚੋਣ ਹੋਈ ਹੈ, ਉਹਦਾ ਇੰਚਾਰਜ ਸੀਗਾ ਤੇ ਕਾਫੀ ਕੱਦਾਵਰ ਨੇਤਾ ਦੱਸਿਆ ਜਾ ਰਿਹਾ, ਤੇ ਰਾਹੁਲ ਗਾਂਧੀ ਨੇੜੇ ਹੈਗਾ। ਤੇ ਉਸਨੇ ਕਿਹਾ ਕਿ ਮੈਂ ਦੇਸ਼ ਦੀ ਸੇਵਾ ਨਹੀਂ ਕਰ ਸਕਦਾ, ਕਰ ਰਿਹਾ ਸੀਗਾ, ਕਰ ਪਾ ਰਿਹਾ ਸੀ ਭਾਰਤ ਵਿੱਚ ਕਾਂਗਰਸ ਵਿੱਚ ਰਹਿ ਕੇ। ਇੱਕੋ ਇੱਕ ਪਾਰਟੀ ਹੈ ਭਾਜਪਾ ਜਿਹੜੀ ਕਿ ਦੇਸ਼ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ। ਬਾਕੀ ਪਾਰਟੀਆਂ ਤਾਂ ਪਰਿਵਾਰਵਾਦ ਦੇ ਨਾਲ ਲੱਗੀਆਂ ਹੋਈਆਂ ਨੇ, ਪਰਿਵਾਰਵਾਦ ਦੇ ਤਹਿਤ ਕੰਮ ਕਰ ਰਹੇ ਨੇ। ਕਾਂਗਰਸ ਵੀ ਪਰਿਵਾਰਵਾਦ ਦੀ ਪਾਰਟੀ ਹੈ, ਤੇ ਇੱਕੋ ਇੱਕ ਪਾਰਟੀ ਹੈ ਭਾਜਪਾ ਜਿਹੜੀ ਪਰਿਵਾਰਵਾਦ ਤੋਂ ਉੱਪਰ ਉੱਠ ਕੇ ਹੀ ਗੱਲ ਕਰ ਰਹੀ ਹੈ, ਇੱਕੋ ਹੀ ਕੰਮ ਕਰ ਰਹੀ ਹੈ। ਇਹ ਮੈਂ ਇਸ ਕਰਕੇ ਭਾਜਪਾ ਵਿੱਚ ਜਾ ਕੇ ਮੈਨੂੰ ਲੱਗਦਾ ਕਿ ਮੈਂ ਦੇਸ਼ ਦੀ ਸੇਵਾ ਕਰ ਸਕਾਂਗਾ, ਤੇ ਇਹ ਉਹਨੇ ਬਿਆਨ ਦਿੱਤਾ ਜਤਨ ਪ੍ਰਸ਼ਾਦ ਨੇ। ਇਸ ਸੰਬੰਧ ਵਿੱਚ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਕਾਂਗਰਸ ਨੇ ਕਿਹਾ ਕਿ ਉਹਨਾਂ ਨੇ ਜਤਨ ਪ੍ਰਸ਼ਾਦ ਜਿਹੜਾ ਸ਼ਾਮਲ ਕਰਿਆ, ਉਹ ਸ਼ਾਮਲ ਕਰਕੇ ਉਹਨਾਂ ਨੇ ਉਹੀ ਕੰਮ ਕੀਤਾ, ਉਹੀ ਗਲਤੀ ਕੀਤੀ ਹੈ ਜੋ ਪੱਛਮੀ ਬੰਗਾਲ ਦੇ ਵਿੱਚ ਜਿਹੜੇ ਕਿ ਭਾਜਪਾ ਵੀ ਸ਼ਾਮਲ ਕੀਤੇ TMC ਦੇ, ਉਹੀ ਗਲਤੀ ਕੀਤੀ ਉਹਨਾਂ ਨੇ। ਕਿਉਂਕਿ ਜਤਨ ਪ੍ਰਸ਼ਾਦ ਜਿਹੜਾ ਹੈਗਾ ਉਹਦੇ ਨਾਲ ਕਾਂਗਰਸ ਨੂੰ ਕੋਈ ਘਾਟਾ ਪੈਣ ਨਹੀਂ ਲੱਗਿਆ, ਪਰ ਭਾਜਪਾ ਨੂੰ ਕੋਈ ਲਾਭ ਨਹੀਂ ਮਿਲੇਗਾ। ਤੇ ਇਸ ਕਰਕੇ ਇਹ ਮੋਦੀ ਦੀ ਜਿਹੜੀ ਨੀਤੀ ਹੈਗੀ ਹੈ ਦੂਜੀਆਂ ਪਾਰਟੀਆਂ ਤੋਂ ਨੇਤਾ ਪੁੱਟ ਕੇ ਚਰਚਾ ਕਰਾਉਣੀ, ਇਹ
ਕੋਈ ਜਿਹੜੀ ਮੋਦੀ ਦੇ ਪੱਖ ਵਿੱਚ ਨਹੀਂ ਭੁਗਤਦੀ। ਚਾਵਲਾ ਸਾਹਿਬ ਇਸ ਤੋਂ ਆਪਾਂ ਗੱਲ ਇਹ ਆਪਾਂ ਵੀ ਕਰ ਲੈਂਦੇ ਹਾਂ ਗੱਲ ਇਹ ਕਿ ਪੱਛਮੀ ਬੰਗਾਲ ਦੇ ਵਿੱਚ ਨਾ TMC ਦੇ ਕਾਫੀ ਆਗੂ BJP ਵੀ ਸ਼ਾਮਲ ਕੀਤੇ ਸੀਗੇ, MLA ਵੀ ਸ਼ਾਮਲ ਹੋਏ ਸੀ। ਉਹ ਲੱਗਿਆ ਸੀਗਾ ਕਿ ਰੌਲਾ ਪੈ ਗਿਆ ਸੀ ਟੋਟਲੀ ਮੀਡੀਆ ਵਿੱਚ ਕਿ ਹੁਣ ਇੰਨੇ ਸ਼ਾਮਲ ਜਦੋਂ ਹੋ ਰਹੇ ਨੇ ਤਾਂ ਭਾਜਪਾ ਸਰਕਾਰ ਬਣ ਰਹੀ ਹੈ। ਦੂਜੇ ਪਾਸੇ ਯੂਪੀ ਦੀ ਚੋਣ ਆ ਰਹੀ ਹੈ, ਹੁਣ ਫਿਰ ਜਤਨ ਪ੍ਰਸ਼ਾਦ ਵਰਗੇ ਬੰਦੇ ਨੂੰ ਸ਼ਾਮਲ ਕੀਤਾ ਜਾ ਰਿਹਾ ਇਹ ਦਿਖਾਉਣ ਵਾਸਤੇ ਕਿ ਯੂਪੀ ਜਿੱਤ ਰਹੇ ਹਾਂ ਅਸੀਂ। ਜੇ ਯੂਪੀ ਜਿੱਤ ਰਹੇ ਹੁੰਦੇ ਨਾ ਤਾਂ ਮੋਦੀ ਹੀ ਚਿਹਰਾ ਹੁੰਦਾ ਉੱਥੇ। ਜੇ ਯੂਪੀ ਜਿੱਤ ਰਹੇ ਹੁੰਦੇ ਤਾਂ ਮੋਦੀ ਨੂੰ ਚਿਹਰੇ ਤੋਂ ਬਾਹਰ ਨਹੀਂ ਕਰਨਾ ਚਾਹੀਦਾ। ਮੈਨੂੰ ਪਤਾ ਵੀ ਅਸੀਂ ਯੂਪੀ ਸਾਡੀ ਬਹੁਤ ਮਾੜੀ ਹਾਲਤ ਹੈਗੀ ਆ, ਅਸੀਂ ਪਿੱਛੇ ਜਾ ਰਹੇ ਹਾਂ, ਇਸ ਕਰਕੇ ਮੋਦੀ ਦਾ ਚਿਹਰਾ ਬਦਨਾਮ ਨਹੀਂ ਕਰਨਾ ਚਾਹੁੰਦੇ। ਇਹ ਵੱਡਾ ਮੇਨ ਕਾਰਨ ਹੈ। ਚਲੋ ਇੱਕ ਤਾਂ COVID-19 29 ਫਰਵਰੀ ਤੋਂ ਲੈ ਕੇ ਹੁਣ ਤੱਕ ਜਿਹੜੇ ਬਿਜ਼ਨਸ ਦੇ ਨੇ ਉਹ ਅੜਾਟ ਨਿਕਲੇ ਪਏ ਨੇ ਜੀ। ਅੜਾਟ ਕਹਿ ਲਓ ਕਿ ਐਨ ਪੂਰੀ, ਜੇ ਕੋਈ ਕਹੀ ਜਾਵੇ ਨਾ ਕੋਈ ਬਈ ਬਹੁਤ ਬੱਲੇ ਬੱਲੇ ਹੈ ਬਈ, ਹੋ ਸਕਦਾ ਉਹਨਾਂ ਨੂੰ ਬੱਲੇ ਬੱਲੇ ਕਰਨ ਵਾਲਿਆਂ ਨੂੰ ਕਿਤੇ ਉੱਤੋਂ ਡਿੱਗਦੇ ਹੋਣ ਤਾਂ ਉਹ ਦੇਈ ਜਾਂਦੇ ਹੋਣ। ਸਾਡੀ ਤਾਂ ਬਈ ਬੱਸ ਹੋਈ ਪਈ ਆ, ਐਨ ਬਾਵਾਂ ਖੜੀਆਂ ਹੀ ਕਰਨ ਵਾਲੇ ਆ, ਇੰਨਾ ਬੁਰਾ ਹਾਲ ਹੈ। ਪਰ ਗੱਲ ਇਹ ਹੈ ਕਿ ਹੁਣ ਥੋੜ੍ਹਾ ਜਿਹਾ ਬਿਜ਼ਨਸ ਸਾਨੂੰ ਰਾਹਤ ਮਿਲਣ ਵਾਲੀ ਹੈ ਕਿ ਖੁੱਲ੍ਹਣ ਵਾਲਾ। ਜੇ 100 ਬੰਦਿਆਂ ਦੀ ਕਪੈਸਿਟੀ ਹੈ, ਜੇ 15 ਵੀ ਸਰਕਾਰ ਕਹਿ ਦੇਵੇ 15% ਵੀ ਅੰਦਰ ਵਾੜਦੇ, ਉਹਦੇ ਨਾਲ ਵੀ ਹੁਣ ਕੋਈ ਜੁਐਲਰੀ ਵਾਲਾ ਜਾਂ ਕੋਈ ਫਰਨੀਚਰ ਵਾਲਾ ਜਾਂ ਕੋਈ ਕੱਪੜੇ ਵਾਲਾ, ਇਹ ਸਾਡੇ ਮੇਨ ਨੇ। ਜੁਐਲਰੀ ਕੱਪੜਾ ਇਹ ਤਾਂ ਕਰਬਸਾਈਡ ਪਿਕ ਹੋਣਾ ਨਹੀਂ, ਫਰਨੀਚਰ ਕਰਬਸਾਈਡ ਨਹੀਂ ਪਿਕ ਹੋਣਾ। ਅਸੀਂ ਤਾਂ 4 ਸੋਫੇ ਤੇ ਬਹਿ ਕੇ ਪਹਿਲਾਂ ਵੇਖਣਾ ਹੁੰਦਾ ਕਿ ਆਹ ਸੋਫਾ ਠੀਕ ਹੈ, ਹੈ ਨਾ। ਮੈਟਰਸ ਤੇ ਲੰਮੇ ਪੈ ਕੇ ਵੇਖਣਾ ਹੁੰਦਾ ਵੀ ਆਹ ਮੈਟਰਸ ਠੀਕ ਹੈ। ਬੈਡਰੂਮ ਸਾਰੇ ਪਰਿਵਾਰ ਨੇ ਵੇਖਣਾ ਹੁੰਦਾ ਵੀ ਆਹ ਠੀਕ ਹੈ। ਫੋਟੋ 'ਤੇ ਵਿਸ਼ਵਾਸ ਕਰਕੇ ਅਸੀਂ ਇਹਨਾਂ ਸ਼ਾਇਦ ਵਿਸ਼ਵਾਸ ਨਹੀਂ ਕਰਦੇ। ਸੋ ਪਰ ਫਿਰ ਵੀ ਕੰਮ ਧੰਦੇ ਬੜੇ ਠੱਪ ਨੇ ਜੀ। 29 ਫਰਵਰੀ ਨੂੰ ਮੈਂ ਇੱਥੇ ਆਇਆ ਅਤੇ ਹੁਣ ਤੱਕ ਵੇਖ ਲਓ ਕਿ ਜਿੱਥੇ ਸਾਡੀ ਗੱਡੀ ਦੇ ਵਿੱਚ, ਮੇਰੀ ਪਰਸਨਲ ਤੌਰ 'ਤੇ ਰਸੀਦਾਂ ਚੈੱਕ ਕਰ ਸਕਦਾ ਦੋਸਤੋ ਕਿ ਕਿੰਨਾ ਕੰਮ ਡੈਮੇਜ ਹੋਇਆ। ਹਫ਼ਤੇ 'ਚ 3 ਵਾਰੀ ਗੱਡੀ 'ਚ ਤੇਲ ਪੈਂਦਾ ਸੀ ਅਤੇ 1.5 ਸਾਲ 29 ਫਰਵਰੀ ਤੋਂ ਲੈ ਕੇ ਹੁਣ ਤੱਕ, ਉਹ ਵੀ ਇੰਡੀਆ ਜਾਣ ਤੋਂ ਪਹਿਲਾਂ ਭਰਾ ਕੇ ਗਏ ਸੀ, ਅਤੇ 6 ਜਾਂ 7 ਵਾਰੀ ਤੇਲ ਪਿਆ। ਕਿਤੇ ਹਫ਼ਤੇ 'ਚ 3 ਵਾਰੀ ਤੇਲ ਪੈਂਦਾ ਸੀ। ਬੰਦਾ ਡਿਪਰੈਸ਼ਨ 'ਚ ਨਹੀਂ ਆਊ। ਸਾਰੀ ਦਿਹਾੜੀ ਖਬਰਾਂ ਗੱਲਾਂ ਬਾਤਾਂ ਆਹ ਕੰਮ ਕਰਨਾ ਸੌਖਾ ਥੋੜ੍ਹੀ ਆ। 4 ਘੰਟੇ ਦਾ ਪ੍ਰੋਗਰਾਮ ਹੈ ਅਤੇ 4 ਘੰਟੇ ਤਿਆਰੀ ਕਰਨ 'ਤੇ ਵੀ ਲੱਗਦੇ ਆ। ਸਵੇਰ ਵਾਲਾ ਪ੍ਰੋਗਰਾਮ ਉੱਤੇ ਵੀ ਤਿਆਰੀ ਕਰਨ 'ਤੇ ਲੱਗਦੇ ਆ, ਫਿਰ ਸੈਟਰਡੇ ਸੰਡੇ ਤਿਆਰੀ ਕਰਨ 'ਤੇ ਲੱਗਦੇ ਆ, ਫਿਰ TV ਅੱਗੇ ਤੁਸੀਂ ਬੈਠੇ ਹੋਏ ਫਿਰ ਤੁਹਾਨੂੰ ਹੋਰ ਸਤਰਕ ਹੋ ਕੇ ਰਹਿਣਾ ਪੈਂਦਾ। ਅਤੇ ਬਿਜ਼ਨਸ 15% ਵੀ ਨਹੀਂ ਆ। ਜਿਵੇਂ ਮੈਂ ਇੱਕ ਆਰਟੀਕਲ ਤੁਹਾਡੇ ਨਾਲ ਸਾਂਝਾ ਕੀਤਾ ਸੀ ਨਾ, ਸ਼ਾਂਟੀ, ਹਾਂਜੀ ਆਰਟੀਕਲ ਹੁਣੇ ਸੁਣਾ ਕੇ ਹਟਿਆ ਕੀਤਾ ਸਾਹਿਬ ਮੈਂ। ਇੱਕ ਆਰਟੀਕਲ ਹੈ ਬੜਾ ਅਹਿਮ ਸੀਗਾ, ਮਰੀਜ਼ਾਂ ਦੀ ਸ਼ਾਂਤੀ, ਹਾਂਜੀ ਨਵਾਂ ਜਮਾਨਾ 'ਚ ਛਪਿਆ। ਕਿਵੇਂ ਉਹਨੇ ਡਾਕਟਰ ਨੇ ਜਿਹੜਾ ਹੈ ਇੱਕ ਮੌਕ ਡਰਿਲ ਕੀਤੀ ਕਿ ਜਿਹੜੇ ਇਹ ਮਤਲਬ ਨਹੀਂ ਜਾਂਦੇ, ਹਾਂਜੀ, ਜਾਂ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਕਿਵੇਂ ਹੁਣ ਵੇਖਿਆ ਜਾਵੇ। 5 ਮਿੰਟ ਲਈ ਕਹਿੰਦੇ ਆਕਸੀਜਨ ਬੰਦ ਕੀਤੀ ਅਤੇ ਫਿਰ 22 ਤੁਰ ਗਏ ਅਤੇ ਇਹ ਸ਼ਾਂਤੀ ਕੀਤੀ ਗਈ। ਹੁਣ ਸਾਡੀ ਵੀ ਬਈ ਕਈਆਂ ਅਦਾਰਿਆਂ ਵੱਲੋਂ ਸ਼ਾਂਤੀ ਹੋ ਜਾਂਦੀ ਹੈ, ਚਲੋ ਉਹਨਾਂ ਦਾ ਕਸੂਰ ਨਹੀਂ ਹੈ ਕਿਉਂਕਿ ਬਿਜ਼ਨਸ ਹੈ ਨਹੀਂ, ਹੈ ਨਾ। ਸੋ ਇੱਕ 1320 ਮੀਟਰ ਸਾਡੀ ਸ਼ਾਂਤੀ ਕਰੇ, ਇਸ ਕਰਕੇ ਹੁਣ ਸਾਨੂੰ ਥੋੜ੍ਹਾ ਜਿਹਾ ਜਦੋਜਹਿਦ ਕਰਨੀ ਪੈ ਰਹੀ ਹੈ, ਮਿਹਨਤ ਕਰਨੀ ਪੈ ਰਹੀ ਹੈ ਤੁਹਾਡੇ ਪਿਆਰ ਮੁਹੱਬਤ ਸਦਕਾ। ਸੋ ਇਹ ਬੜਾ ਔਖਾ ਹੋਇਆ ਪਿਆ। ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜਾ ਮੀਡੀਆ ਉਸ ਸਖਤੇ ਦੇ ਵਿੱਚ ਹੈ, ਕੋਈ ਸਮਝੇ ਚਾਹੇ ਨਾ ਸਮਝੇ, ਔਰ ਚੱਲੀ ਜਾ ਰਹੇ ਨੇ ਜਿੰਨਾ ਚਿਰ ਅਸੀਂ ਚਲਾਈ ਜਾ ਰਹੇ ਹਾਂ। ਪਰ ਪਿਆਰ ਮੁਹੱਬਤ ਤੁਹਾਡਾ ਸਾਨੂੰ ਚਾਹੀਦਾ, ਸਹਿਯੋਗ ਚਾਹੀਦਾ। ਕਿਰਪਾ ਤਾਂ ਉੱਪਰ ਵਾਲੇ ਨੇ ਕਰਨੀ ਹੁੰਦੀ ਹੈ, ਪਰ ਫਿਰ ਵੀ ਬੰਦਾ ਬੰਦੇ ਦਾ ਦਾਰੂ ਹੁੰਦਾ। ਅਸੀਂ ਕਹਾਂਗੇ ਕਿ ਜੇਕਰ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਦਾ ਹੈ ਤਾਂ ਤੁਸੀਂ 1-2 ਮਹੀਨੇ 3 ਮਹੀਨੇ ਕੱਢ ਸਕਦੇ ਹੋ। ਜੇਕਰ ਯੋਗਦਾਨ ਪਾ ਸਕਦੇ ਹੋ ਤਾਂ ਧੰਨਵਾਦੀ ਹੋਵਾਂਗੇ। ਹਾਂ, ਕਈਆਂ ਨੂੰ ਸਾਡੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਉਹਨਾਂ ਸਾਨੂੰ ਨਾ 97 ਤੋਂ ਬਾਂਹ ਫੜੀ ਹੈ ਨਾ ਹੁਣ ਬਾਂਹ ਫੜਨੀ ਹੈ, ਪਰ ਸਾਡੀ ਬਾਂਹ ਕਲਗੀਆਂ ਵਾਲਾ ਨਾ ਛੱਡੇ। ਇਹ ਸਾਨੂੰ ਪੂਰਾ ਉਹਦੇ 'ਤੇ ਆਸਰਾ, ਉਹਦੇ ਮੰਨਣ ਵਾਲੇ ਸਾਨੂੰ ਜ਼ਰੂਰ ਸਾਥ ਦੇਣਗੇ, ਇਹ ਆਸ ਸਾਡੇ ਦਿਲ ਦੇ ਵਿੱਚ ਹੈ। 6475545859 ਵੀ ਮੇਰੇ ਕੋਲ ਨੰਬਰ ਹੁੰਦਾ, ਜਾਂ ਤੁਸੀਂ 416 716 7794 'ਤੇ ਵੀ ਕਾਲ ਕਰ ਸਕਦੇ ਹੋ। ਹੁਣ IPTV ਬਾਕਸ ਦੀ ਮੈਂ ਫਿਰ ਜਾਣਕਾਰੀ ਦੇ ਦਿਆਂ। ਉਹਦੇ ਉੱਤੇ ਤੁਸੀਂ ਸਾਡੇ ਕੋਲ ਸਰਵਿਸ ਲੈਣੀ ਹੈ, ਕੋਈ ਬਕਸਾ ਚੇਂਜ ਕਰਨ ਦੀ ਲੋੜ ਨਹੀਂ, ਨਵਾਂ ਲੈਣ ਦੀ ਲੋੜ ਨਹੀਂ, ਪੁਰਾਣੇ ਦੇ ਉੱਤੇ ਹੀ ਤੁਹਾਨੂੰ ਸਰਵਿਸ ਮਿਲ ਜਾਵੇਗੀ। ਹਾਂਜੀ ਅਕੀਦਾ ਸਾਹਿਬ, ਇਸ ਤੋਂ ਪਹਿਲਾਂ ਕਿ ਮੈਂ ਲਾਈਨ ਲਵਾਂ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਆਪਾਂ ਰਾਤੀ ਵੀ ਜ਼ਿਕਰ ਕੀਤਾ ਸੀ। ਉਹਨਾਂ ਦਾ ਬਲੀਦਾਨ ਦਿਵਸ ਮਨਾਇਆ ਗਿਆ, ਸ਼ਹੀਦੀ ਗੁਰਪੁਰਬ ਮਨਾਇਆ ਗਿਆ। ਆਦਿਵਾਸੀ ਯੋਧੇ ਹੋਏ ਨੇ, ਬਿਰਸਾ ਮੁੰਡਾ, ਮੈਂ ਸ਼ਾਇਦ ਨਹੀਂ ਪੜ੍ਹਿਆ ਇਹਨਾਂ ਬਾਰੇ, ਉਹਨਾਂ ਨੂੰ ਵੀ ਸ਼ਰਧਾਂਜਲੀ ਅਰਪਿਤ ਕੀਤੀ ਗਈ ਹੈ। ਕੀ ਕਹਿਣਾ ਚਾਹੋ? ਹਾਂ, ਬਿਰਸਾ ਮੁੰਡਾ ਨੂੰ ਵੀ ਸ਼ਰਧਾਂਜਲੀ ਅਰਪਿਤ ਕੀਤੀ। ਨਾ ਜ਼ਰੂਰ ਸੁਣਿਆ ਪਰ ਮੈਂ ਪੜ੍ਹਿਆ ਨਹੀਂ। ਬਿਰਸਾ ਮੁੰਡਾ ਆਦੀਵਾਸੀਆਂ ਦਾ ਇੱਕ ਬੜਾ ਵੱਡਾ ਹੀਰੋ ਹੋਇਆ ਚਾਵਲਾ ਸਾਹਿਬ। ਜਿੱਦਾਂ ਨਾ ਹੁਣ ਇਹ ਜਿਹੜਾ ਇੱਕ ਕਾਫੀ
ਪ੍ਰਾਈਮ ਟਾਈਮ ਤੇ ਨਾ ਪ੍ਰਾਈਮ ਇੱਕ ਉਹ ਹੈਗਾ ਵੈਬ ਸੈਗਮੈਂਟ ਹੈਗਾ, ਵੈਬ ਦਾ ਸਥਾਨ ਹੈਗਾ, ਤੇ ਉਹਦੇ ਵਿੱਚ ਨਾ ਇੱਕ ਸੀਰੀਜ਼ ਹੈਗਾ ਦਾ ਫੈਮਿਲੀ ਮੈਨ, ਤੇ ਉਹਦੇ ਵਿੱਚ ਨਾ ਦੂਜਾ ਜਿਹੜਾ ਉਹਦਾ ਸੀਜ਼ਨ ਹੈਗਾ, ਤੇ ਉਹਦੇ ਵਿੱਚ ਨਾ ਸ਼੍ਰੀਲੰਕਾ ਦੇ ਇੱਕ ਜਿਹੜਾ ਉਹਨਾਂ ਦਾ ਹੀਰੋ ਸੀਗਾ, ਉਸ ਹੀਰੋ ਦੇ ਬਾਰੇ ਚ ਦਿਖਾਇਆ ਗਿਆ। ਉਹਦੀ ਵਿਰੋਧਤਾ ਕਾਫੀ ਹੋ ਰਹੀ ਆ, ਜਿਵੇਂ ਨਾ ਪੰਜਾਬ ਦਾ ਆਪਣਾ ਹੀਰੋ ਜਿਹੜਾ ਕਿ ਸਿੱਖਾਂ ਦੇ ਵਿੱਚ ਭਿੰਡਰਾਂ ਵਾਲਾ ਹੈਗਾ, ਤੇ ਉਦਾਂ ਦਾ ਉਹਨਾਂ ਦਾ ਹੀਰੋ ਜਿਹੜਾ ਹੈਗਾ ਉਹ ਉਸ ਇਲਾਕੇ ਦੇ ਉਸ ਦੇ ਬਾਰੇ ਵਿੱਚ ਕੁਝ ਦਿਖਾਇਆ, ਉਹਦੀ ਵਿਰੋਧਤਾ ਕਾਫੀ ਹੋ ਰਹੀ ਹੈ। ਤੇ ਏਦਾਂ ਦਾ ਜਿਹੜਾ ਕਿ ਮੁੰਡਾ ਜੀ ਹੈਗੇ ਆ ਨਾ, ਉਹ ਆਦੀ ਬਾਕੀਆਂ ਦੇ ਕਾਫੀ ਵੱਡੇ ਹੀਰੋ ਹੈਗੇ ਆ, ਭਾਵੇਂ ਕਿ ਉਹ ਦੇਖਣ ਵਿੱਚ ਇਹ ਵੀ ਆਇਆ ਕਿ ਕੁਝ ਸਰਕਾਰ ਦੀਆਂ ਨੀਤੀਆਂ ਵਿਰੁੱਧ ਵੀ ਸੀਗੇ, ਉਹ ਖੈਰ ਹੁੰਦੇ ਹੀ ਆ ਲੋਕ ਇਹ। ਤੇ ਉਸ ਨੇ ਜਿਹੜਾ ਕਿ ਲੋਕ ਹਿੱਤ ਵਿੱਚ ਲੜਾਈ ਲੜੀ ਸੀ। ਬੇਸ਼ੱਕ ਉਹਦੀ ਜਿਹੜੀ ਪੜਪੋਤੀ ਆ, ਇਸ ਵੇਲੇ ਇਹਦੀ ਪੜਪੋਤੀ ਜਿਹੜੀ ਹੈਗੀ ਆ ਉਹ ਸਬਜ਼ੀ ਵੇਚ ਕੇ ਗੁਜ਼ਾਰਾ ਕਰ ਰਹੀ ਆ ਪਿਛਾ ਮੁੰਡਾ ਦੀ, ਤੇ ਕੋਈ ਉਹਨੂੰ ਕੋਈ ਵੀ ਅਜੇ ਤੱਕ ਸਰਕਾਰਾਂ ਵੱਲੋਂ ਜਾਂ ਕਿਸੇ ਵੱਲੋਂ ਕਿ ਜਿਹੜੇ ਕ੍ਰਾਂਤੀਕਾਰੀ ਲੋਕ ਹੁੰਦੇ ਆ ਨਾ, ਉਹਨਾਂ ਦੇ ਪਰਿਵਾਰਾਂ ਨੂੰ ਵੀ ਦਿੱਕਤਾਂ ਆਉਂਦੀਆਂ ਨੇ। ਚਾਵਲਾ ਸਾਹਿਬ, ਇਹ ਗੱਲ ਦੋਹਰਾਵਾਂ ਨਹੀਂ ਹੈ। ਬਿਲਕੁਲ ਜੀ, ਬਿਲਕੁਲ। ਜਿਵੇਂ ਭਾਵੇਂ ਉਹ ਸੱਚ ਸੀ, ਭਾਵੇਂ ਝੂਠ ਆ, ਭਾਵੇਂ ਸੱਚ ਹੈ। ਇੱਕ ਖਬਰ ਨਸ਼ਰ ਹੋਈ ਸੀਗੀ ਕਿ ਉਧਮ ਸਿੰਘ ਦੇ ਪਰਿਵਾਰ ਵਿੱਚੋਂ ਜਿਹੜੇ ਮੇਰੇ ਮੂੰਹ ਦੀ ਗੱਲ ਫੜ ਲਈ ਤੁਸੀਂ ਕਿ ਜੀ 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 ਵੀ ਉਧਮ ਸਿੰਘ ਦੇ ਵਾਰਸ, ਚਾਹੇ ਉਹਦੇ ਸਕੇ ਦੂਜੇ ਤੀਜੇ ਚਾਚੇ ਭਤੀਜੇ ਨੇ, ਪਰ ਅੱਜ ਦਾ ਕੋਈ ਇਹੋ ਜਿਹਾ ਨੇਤਾ ਹੋਵੇ ਤੇ ਵਗਦੀ ਗੰਗਾ 'ਚੋਂ ਹਰ ਕੋਈ ਹੱਥ ਧੋ ਲੈਂਦਾ। ਪੁੱਤ ਭਤੀਜੇ ਜਿਹੜੇ ਨੇ ਕਿਤੇ ਕਿਤੇ ਪਹੁੰਚੇ ਹੋਏ ਨੇ, ਇਹ ਤੁਸੀਂ ਜਾਣਦੇ ਹਾਂ। ਚਲੋ ਖੈਰ, ਐਨੀਵੇ ਤੁਸੀਂ ਬਿਰਸਾ ਮੁੰਡਿਆਂ ਦੀ ਗੱਲ ਕੀਤੀ ਹੈ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜੋ ਤੁਸੀਂ ਹੀਰੋ ਕਿਹਾ ਕਿ ਉਹ ਸਾਡੇ। ਔਰ ਜੇ ਪੰਜਾਬ ਦੇ ਨੌਜਵਾਨਾਂ ਦੀ ਗੱਲ ਕਰੀਏ ਜਿਹੜੇ ਯੋਧੇ ਨੇ, ਉਹਨਾਂ ਦੇ ਘਰਾਂ ਦੇ ਵਿੱਚ ਵੀ ਅੱਜ ਜਿਹੜੇ ਸੋ ਕਾਲ ਸਾਡੇ ਨਾਅਰੇ ਲਾਉਣ ਵਾਲੇ, ਉਹਨਾਂ ਨੂੰ ਬਲਦੀ 'ਚ ਧੱਕਣ ਵਾਲੇ, ਉਹਨਾਂ ਦੀ ਤਾਂ ਕੁਰਸੀਆਂ ਭਾਵੇਂ ਜਿੰਨੀਆਂ ਮਰਜ਼ੀ ਮਜ਼ਬੂਤ ਕਰ ਲਈਆਂ ਨੇ ਲਾਹਨਤੀ ਲੋਕਾਂ ਨੇ, ਪਰ ਅਜੇ ਵੀ ਉਹਨਾਂ ਦੇ ਪਰਿਵਾਰਾਂ ਦਾ ਵੀ ਹਾਲ ਜਿਹੜਾ ਹੈ ਮੰਦੜਾ ਹੈ। ਉਮਰਾਂ ਬੀਤ ਗਈਆਂ ਨੇ ਜੇਲ੍ਹਾਂ ਦੇ ਵਿੱਚ ਉਹਨਾਂ ਦੀਆਂ। ਹਾਂਜੀ, ਸਰਸੇ ਵਾਲਾ ਬਲਾਤਕਾਰੀ ਤਾਂ ਤੀਜੇ ਦਿਨ ਬਾਹਰ ਨਿਕਲ ਆਉਂਦਾ, ਪਰਮਿਟ ਵੀ ਮਿਲ ਜਾਂਦਾ ਉਹਦੀ ਧੀ ਨੂੰ ਉਹਦੀ ਸੇਵਾ ਕਰਨ ਵਾਸਤੇ। ਹੋਰ ਕੋਈ ਹੈ ਹੀ ਨਹੀਂ ਪਰਿਵਾਰ ਦਾ ਮੈਂਬਰ, ਮੂੰਹ ਬੋਲੀ ਧੀ ਨੂੰ ਪਰਮਿਟ ਮਿਲਦਾ। ਇੱਕ ਦਿਨ ਪੋਜ਼ਿਟਿਵ ਆ, ਦੂਜੇ ਦਿਨ ਨੈਗੇਟਿਵ ਆ। ਇਹ ਆ ਵੋਟ ਬੈਂਕ। ਤੇ ਜਿਨ੍ਹਾਂ ਨੇ ਅਸੀਂ ਜਿਨ੍ਹਾਂ ਦੀ ਵੋਟ ਬੈਂਕ, ਅਸੀਂ ਸਾਡੀ ਕੌਮ ਦੇ ਉਹ ਯੋਧੇ ਜਿਹੜੇ ਤੁਰ ਗਏ ਜਾਂ ਜੇਲ੍ਹਾਂ ਦੇ ਵਿੱਚ ਨੇ, ਜਿਨ੍ਹਾਂ ਨੇ ਇਹਨਾਂ ਵੋਟ ਬੈਂਕਾਂ ਤੇ ਆਪਣੇ ਮਹਿਲ ਮਨਾਰੇ ਮਜ਼ਬੂਤ ਕੀਤੇ ਨੇ, ਉਹਨਾਂ ਲਾਹਨਤੀਆਂ ਨੂੰ ਇਹ ਯਾਦ ਹੀ ਨਹੀਂ ਆਉਂਦੇ ਕਿ ਉਮਰਾਂ ਬੀਤ ਗਈਆਂ ਨੇ ਉਹਨਾਂ ਦੀਆਂ, ਅਸੀਂ ਉਹਨਾਂ ਬਾਰੇ ਵੀ ਕਿਤੇ ਖਿਆਲ ਕਰ ਲਈਏ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ। ਮਾਮਲਾ ਸ੍ਰੀ ਦਰਬਾਰ ਸਾਹਿਬ ਦੇ ਹੋਏ ਨੁਕਸਾਨ ਦਾ ਹੈ। ਅਦਾਲਤ ਤੋਂ ਬਾਹਰ ਕੋਈ ਵੀ ਸਮਝੌਤਾ ਪ੍ਰਵਾਨ ਨਹੀਂ ਕਿਹਾ। ਦਮਦਮੀ ਟਕਸਾਲ, ਚਲੋ ਪਹਿਲਾਂ ਤੁਸੀਂ ਗੱਲ ਕਰੋ, ਫਿਰ ਦਮਦਮੀ ਟਕਸਾਲ ਉੱਤੇ ਫਿਰ ਸਵਾਲ ਇੱਕ ਹੋਰ ਬਣਦਾ, ਉਹ ਆਪਾਂ ਕਰਾਂਗੇ ਜੇ ਕੋਈ ਕਿਸੇ ਦਮਦਮੀ ਟਕਸਾਲ ਵਾਲੇ ਨੇ ਜਵਾਬ ਦੇਣਾ ਹੋਵੇ। ਤੇ ਨੰਬਰ 4167167794। ਹਾਂਜੀ, ਆਫ ਦੀ ਏਅਰ ਨਹੀਂ, ਔਨ ਦੀ ਏਅਰ ਇਹ ਨੰਬਰ ਹੈ, ਔਨ ਏਅਰ ਵਾਸਤੇ 9058131320। ਸਵਾਲ ਕੀ ਆ ਉਹ ਬਾਅਦ ਕਰਨਾ, ਪਰ ਨੰਬਰ ਪਹਿਲਾਂ ਦੇ ਦਈਏ, ਕਈ ਕਾਲੇ ਹੁੰਦੇ ਨੇ ਕਿ ਜਵਾਬ ਦੇਣ ਲਈ। 4167167794। ਹਾਂਜੀ, ਟਕਸਾਲ ਨੇ ਹੀ ਜੰਗ ਲੜੀ ਆ ਜਿਹੜੀ ਕਿ ਭਿੰਡਰਾਂ ਵਾਲੇ ਟਕਸਾਲ ਦੇ ਮੁਖੀ ਸੀਗੇ, ਤੇ ਦਮਦਮੀ ਟਕਸਾਲ ਦੇ ਮੁਖੀ ਜਿਹੜਾ ਮੌਜੂਦਾ ਮੁਖੀ ਹਰਨਾਮ ਸਿੰਘ ਧੁੰਮਾ ਹੈਗਾ, ਮੈਂ ਗੱਲ ਆਖੀ। ਇਸ ਕਰਕੇ ਅਸੀਂ ਟਕਸਾਲ ਨਹੀਂ ਚਾਹੁੰਦੇ ਕਿ ਜਿਹੜਾ ਹੈਗਾ ਵੀ ਉਹ ਅਦਾਲਤ ਤੋਂ ਬਾਹਰ ਕੋਈ ਫੈਸਲਾ ਕਰੀਏ। 1000 ਕਰੋੜ ਦਾ ਕੇਸ ਪਾਇਆ ਹੋਇਆ ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰ ਸਰਕਾਰ ਦੇ ਉੱਪਰ, ਉਹਦੇ ਖਜ਼ਾਨੇ ਦਾ ਕਿਸਾਨਾਂ ਨਾਲ ਜਿਹੜਾ ਕਿੰਨਾ ਖਰਚ, ਕਿੰਨਾ ਨੁਕਸਾਨ ਹੋਇਆ, ਇਹਨੇ ਗੁਰਦੁਆਰੇ ਢਹਿ ਵੀ ਕੀਤੇ, ਇਹਨੇ ਲੋਕ ਮਾਰੇ ਗਏ ਆ, ਦਰਬਾਰ ਸਾਹਿਬ ਤੇ ਅਟੈਕ ਕਰਕੇ ਦਰਬਾਰ ਸਾਹਿਬ ਢਾਇਆ ਗਿਆ, ਅਕਾਲ ਤਖ਼ਤ ਸਾਹਿਬ ਢਾਇਆ ਗਿਆ, ਉਹਦਾ ਜਿਹੜਾ ਕਿ ਹਰਜਾਨਾ, ਉਹਦਾ ਜਿਹੜਾ ਕਿ ਮੁਆਵਜ਼ਾ ਹੈ ਸਾਨੂੰ ਦਿਓ, ਸ਼੍ਰੋਮਣੀ ਕਮੇਟੀ ਨੇ ਕੀਤਾ ਹੈ। ਤੇ 6 ਕਰੋੜ ਦੇ ਕਰੀਬ ਉਹਦੀ ਫੀਸ ਭਰੀ ਹੋਈ ਆ, ਸਰਕਾਰੀ ਫੀਸ ਹੁੰਦੀ ਆ, ਉਹ ਵੀ ਉਹਨਾਂ ਨੇ ਭਰੀ ਹੋਈ ਆ, ਤੇ ਅਜੇ ਤੱਕ ਉਹਦਾ ਕੋਈ ਫੈਸਲਾ ਨਹੀਂ ਹੋਇਆ। ਤੇ ਇਹ ਹੁਣ ਉਹ ਕਹਿੰਦੀ ਆ, ਕੋਰਟ ਕਹਿੰਦੀ ਆ ਕਿ ਬਾਹਰ ਤੁਸੀਂ ਨਿਬੇੜ ਲਓ ਗੱਲ, ਅਸੀਂ ਉਸ ਤੇ ਮੋਹਰ ਲਾ ਦਾਂਗੇ। ਦਮਦਮੀ ਟਕਸਾਲ ਕਹਿੰਦੀ ਆ ਵੀ ਨਹੀਂ, ਅਸੀਂ ਨਹੀਂ ਇਸ ਤਰ੍ਹਾਂ ਮੰਨਾਂਗੇ, ਪ੍ਰਵਾਨ ਕਰਾਂਗੇ, ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਇਹ ਅਦਾਲਤ ਹੀ ਫੈਸਲਾ ਕਰੇ। ਤੇ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਕਿ ਕਾਨੂੰਨੀ ਮਾਹਰਾਂ ਦੀ ਭਰਾਏ ਲੈ ਲਈਏ, ਉਸ ਤੋਂ ਬਾਅਦ ਹੀ ਗੱਲ ਕਰਾਂਗੇ। ਚਾਵਲਾ ਸਾਹਿਬ, ਅੱਜ ਦਾ ਦਿਨ ਨਿਰੰਕਾਰੀਆਂ ਵੱਲੋਂ ਜਿਹੜੇ ਕਿ 13 ਸਿੱਖ ਸ਼ਹੀਦ ਕੀਤੇ ਸੀਗੇ, ਉਹਨਾਂ ਦੇ ਖਿਲਾਫ ਅਕਾਲ ਤਖ਼ਤ ਸਾਹਿਬ ਵੱਲੋਂ ਨਿਰੰਕਾਰੀਆਂ ਦਾ ਸਮਾਜਿਕ ਬਾਈਕਾਟ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ 10 ਜੂਨ 1978 ਨੂੰ। ਇਹ ਦਿਨ ਅੱਜ ਦਾ ਹੀ ਹੈਗਾ। ਮਾਮਲਾ ਦਰਬਾਰ ਸਾਹਿਬ ਦੇ ਨੁਕਸਾਨ ਦਾ ਦਮਦਮੀ ਟਕਸਾਲ ਕਹਿੰਦੀ ਹੈ ਕਿ ਅਦਾਲਤ ਤੋਂ ਬਾਹਰ ਕੋਈ ਸਮਝੌਤਾ ਪ੍ਰਵਾਨ ਨਹੀਂ। ਬਹੁਤ ਵਧੀਆ ਗੱਲ, ਪਰ ਦਮਦਮੀ ਟਕਸਾਲ ਵੀ ਦੋ। ਦਮਦਮੀ ਟਕਸਾਲ ਦੇ ਮੁਖੀ
ਬਾਬਾ ਧੁਮਾ ਜੀ ਅਤੇ ਉਹਨਾਂ ਦੇ ਦਮਦਮੀ ਟਕਸਾਲ ਦੇ ਕਿਸੇ ਵੀ ਬੁਲਾਰੇ ਨੇ ਇਹਦੇ ਉੱਤੇ ਆ ਕੇ ਕੁਝ ਸਵਾਲ ਨੇ ਉਹਨਾਂ ਦੇ ਜਵਾਬ ਦੇਣੇ ਹੋਣ ਤਾਂ ਹਾਜ਼ਰ ਹੈ 4167167794। ਇੱਕ ਕੀ ਦਮਦਮੀ ਟਕਸਾਲ ਨੇ ਆਪਣੇ ਲੈਵਲ ਤੇ ਕੇਸ ਕੀਤਾ? ਦਰਬਾਰ ਸਾਹਿਬ ਕੀ ਦਮਦਮੀ ਟਕਸਾਲ ਵਾਲੇ ਸੋਚ ਵਾਲਿਆਂ ਦਾ ਹੀ ਹੈ? ਕੀ ਦਮਦਮੀ ਟਕਸਾਲ ਨੇ ਸਮੇਂ ਦਰ ਸਮੇਂ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਨੇ ਤੇ ਦਮਦਮੀ ਟਕਸਾਲ ਦਾ ਮੁਖੀ ਕਿੱਥੇ ਬਾਬਾ ਦੀਪ ਸਿੰਘ ਤੋਂ ਚੱਲੀ ਦਮਦਮੀ ਟਕਸਾਲ ਤੇ ਕਿੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸਰਕਾਰ ਨੇ ਕਿਹਾ ਸੀ ਕੁਝ ਮੰਗ ਲਵੇ ਸਰਕਾਰ ਤੋਂ, ਉਹਨੇ ਕਿਹਾ ਸੀ ਟਕਸਾਲ ਕੋਈ ਦਿੰਦੀ ਨਹੀਂ ਹੁੰਦੀ, ਲੈਂਦੀ ਮੰਗਦੀ ਨਹੀਂ ਹੁੰਦੀ, ਦਿੰਦੀ ਹੁੰਦੀ ਹੈ, ਜੋ ਤੁਹਾਨੂੰ ਚਾਹੀਦਾ ਦੱਸੋ। ਉਹ ਸਪੀਚ ਤੁਸੀਂ ਸਾਰੀ ਸੁਣ ਕੇ ਵੇਖੋ। ਉਸ ਮੁਖੀ ਦੀ ਇਸ ਮੁਖੀ ਦੇ ਨਾਲ ਤੁਲਨਾ ਕਰਕੇ ਵੇਖੋ। ਇਹ ਲੱਡੂਆਂ ਦਾ ਥਾਲ ਲੈ ਕੇ ਤੇ ਮੂੰਹ ਮਿੱਠਾ ਕਰਾਉਂਦਾ ਫਿਰਦਾ। ਕਰਵਾਇਆ ਨਾ, ਵੇਖੀ ਫੋਟੋ ਸਾਰਿਆਂ ਨੇ। ਸਵਾਲ ਇਹ ਹੈ ਕਿ ਤੁਸੀਂ ਇੰਨੇ ਸਮੇਂ ਦੇ ਵਿੱਚ ਇਹ ਕੇਸ ਜਦੋਂ ਵੀ ਪੂਰਾ ਸਾਲ ਕੀ ਜਦੋਂ ਤੁਹਾਡੀ ਪੰਥ ਰਤਨ ਫਗਰੇ ਕੌਮ ਪਦਮ ਵਿਭੂਸ਼ਣ ਕਿਸਾਨਾਂ ਦੇ ਮਸੀਹੇ ਜਿਨ੍ਹਾਂ ਨੂੰ ਤੁਸੀਂ ਮੂੰਹ ਮਿੱਠਾ ਕਰਵਾਇਆ ਜਿੱਤਣ ਤੋਂ ਬਾਅਦ, ਸਰਕਾਰ ਬਣਨ ਤੋਂ ਬਾਅਦ, ਉਸ ਵਕਤ ਤੁਹਾਡੀ ਗੱਠਜੋੜ ਸੀਗਾ, ਉਸ ਗੱਠਜੋੜ ਦੇ ਵਿੱਚ ਤੁਹਾਡੀ ਸਰਕਾਰ ਸੀ। ਇਹ ਮਾਮਲਾ ਠਾਇਆ ਤੁਸੀਂ? ਠਾਇਆ? ਦਮਦਮੀ ਟਕਸਾਲ ਨੇ ਠਾਇਆ? ਬਾਬੇ ਤੂੰ ਮੈਨੇ ਕੋਈ ਬਿਆਨ ਦਿੱਤਾ? 4167167794। ਇਹ ਨੁਕਸਾਨ ਸਾਰੀ ਕੌਮ ਦਾ ਹੋਇਆ, ਸਮੁੱਚੀ ਕੌਮ ਦਾ। ਇਹਦੇ ਉੱਤੇ ਬਿਲਕੁਲ ਸਹੀ ਗੱਲ ਹੈ ਕਿ ਜੇ ਤੁਸੀਂ ਅਦਾਲਤ ਤੋਂ ਬਾਹਰ ਕੋਈ ਫੈਸਲਾ ਨਹੀਂ ਲੈਣਾ, ਕੋਈ ਸਮਝੌਤਾ ਪ੍ਰਵਾਨ ਨਹੀਂ ਹੈ, ਤੇ ਫਿਰ ਇਸ ਕੇਸ ਨੂੰ ਇਹਨਾਂ ਦਿਨਾਂ ਦੇ ਵਿੱਚ ਆ ਕੇ ਹੀ ਡਿਸਕਸ ਨਾ ਕਰਿਆ ਕਰੋ। ਇਹਨਾਂ ਦੇ ਉੱਤੇ ਫਿਰ ਇਹੋ ਜਿਹੀ ਵਕੀਲਾਂ ਦੀ ਟੀਮ ਹਾਇਰ ਕਰੋ ਕਿ ਉਹ ਕੇਸ ਲੜੇ ਤੇ ਲੜ ਕੇ ਫਿਰ ਤੁਹਾਨੂੰ ਜਿੱਤ ਕੇ ਦੇਵੇ। ਤੇ ਸਮੇਂ ਦਰ ਸਮੇਂ ਇਹਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਬ੍ਰੌਡਕਾਸਟ ਕਰੋ, ਚਾਹੇ ਆਪਣੇ ਹੀ ਚੈਨਲਾਂ ਤੋਂ ਕਰ ਲਓ, ਅਸੀਂ ਉੱਥੋਂ ਹੀ ਲੈ ਕੇ ਸੁਣਾ ਦਾਂਗੇ। 1 ਜੂਨ ਤੋਂ ਲੈ ਕੇ 7-8 ਜੂਨ ਤੱਕ ਦੇ ਤੇਰੇ ਦੀ ਹਰ ਇੱਕ ਬੰਦਾ ਆਪਣੀ ਜਿਹੜੀ ਹੈ ਉਹ ਬਿਆਨਬਾਜ਼ੀ ਕਰਕੇ ਤੇ ਆਪਣੀ ਸੂਰਤ ਰੇਡੀਓ ਟੈਲੀਵਿਜ਼ਨ ਅਖਬਾਰਾਂ ਤੇ ਦਿਖਾਉਣਾ ਚਾਹੁੰਦਾ ਕਿ ਮੈਂ ਪੰਥ ਦਾ ਬੜਾ ਵੱਡਾ ਦਰਦੀ ਹਾਂ, ਮੈਂ ਹੀ ਲੰਬੜਦਾਰ ਹਾਂ। ਸਾਰਾ ਸਾਲ ਫੇਰ ਚੁੱਪ। ਫੇਰ ਆ ਜਾਂਦਾ ਜਦੋਂ 31 ਅਕਤੂਬਰ, ਉਦੋਂ ਫੇਰ ਦਿੱਲੀ ਦਾ ਇਹਨਾਂ ਨੂੰ ਕਤਲੇਆਮ ਯਾਦ ਆ ਜਾਂਦਾ। ਉਦੋਂ ਫੇਰ ਇਹ ਜ਼ਖਮਾਂ ਦੇ ਨਾਲ 9 ਮਾਰ ਕੇ ਵੱਡੇ ਤੇ ਉਹ ਜ਼ਖਮ ਖਰੋਜਦੇ ਨੇ ਮਰਮ ਲਾਉਣ ਦੀ ਥਾਂ ਦੇ ਉੱਤੇ। ਸਾਰੇ A to Z, ਚਾਹੇ ਭਾਜਪਾ ਵਾਲੇ ਲੈ ਲਓ, ਕਾਂਗਰਸੀ ਲੈ ਲਓ, ਚਾਹੇ ਜੋ ਮਰਜ਼ੀ ਲੈ ਲਓ, ਅਕਾਲੀ ਲੈ ਲਓ, ਟਕਸਾਲੀ ਲੈ ਲਓ। ਜੇ ਕੇਸ ਦਰਬਾਰ ਸਾਹਿਬ ਦਾ ਤੁਸੀਂ ਬਾਹਰ ਪ੍ਰਵਾਨ ਨਹੀਂ ਹੈ ਤੇ ਫਿਰ ਕਰੋ, ਸਮੇਂ ਦਰ ਸਮੇਂ ਦੀ ਪੈਰਵਾਈ ਕਰੋ, ਇਹਨੂੰ ਫਾਸਟ ਟਰੈਕ ਤੇ ਲੈ ਕੇ ਜਾਓ। ਵਕੀਲਾਂ ਨੂੰ ਕਿਉਂ ਚੁੱਪ ਕਰਕੇ ਬੈਠਣ ਦਿੱਤਾ ਜਾਂਦਾ? ਸਾਰਾ ਸਾਲ ਅਕੀਦਾ ਸਾਹਿਬ ਕੋਈ ਗੱਲ ਹੁੰਦੀ ਇਹਦੀ? ਚੁੱਪ ਕਰ ਜਾਂਦੇ ਜਿਵੇਂ ਵੋਟਾਂ ਦੇ ਚੋਣਾਂ ਦੇ ਨੇੜੇ ਵੋਟਾਂ ਦੀ ਗੱਲ ਹੋਣ ਲੱਗ ਜਾਂਦੀ। ਸਵਾਲ ਇਹੀ ਹੈ ਜੀ, ਸਵਾਲ ਇਹਦਾ ਜਵਾਬ ਕਿਸੇ ਨੇ ਦੇਣਾ। ਨੰਬਰ ਹੈ 4167167794। ਹੈਲੋ, ਚੋਣਾਂ ਦੇ ਨੇੜੇ ਵੋਟਾਂ ਦੀ ਗੱਲ ਹੋਣ ਲੱਗ ਜਾਂਦੀ। ਸਵਾਲ ਇਹੀ ਹੈ ਜੀ, ਸਵਾਲ ਇਹਦਾ ਜਵਾਬ ਕਿਸੇ ਨੇ ਦੇਣਾ। ਨੰਬਰ ਹੈ 4167167794। ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਅਕੀਦਾ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਦਿਮਾਗ ਜੀ। ਅੱਛਾ, ਮੈਂ ਜਿਹੜੀ ਦਰਬਾਰ ਸਾਹਿਬ ਦੇ ਮਾਮਲੇ ਦੇ ਵਿੱਚ ਐਕਸ਼ਨ ਦੀ ਗੱਲ ਆ, ਕਲੇਮ ਦੀ ਗੱਲ ਆ, ਉਹਦੇ ਬਾਰੇ ਮੇਰਾ ਓਪੀਨੀਅਨ ਇਹ ਆ ਕਿ ਇਹ ਸਾਰੇ ਸਿੱਖਾਂ ਵੱਲੋਂ ਕਲਾਸ ਐਕਸ਼ਨ ਕਰਨਾ ਚਾਹੀਦਾ। ਸਾਰੇ ਸਿੱਖ ਜਿਹੜੇ ਨੇ ਉਹਨਾਂ ਵੱਲੋਂ ਇਹ ਹੋਣਾ ਚਾਹੀਦਾ, ਕਿਉਂਕਿ ਜਿਹੜੀ ਸਾਡਾ ਦਰਬਾਰ ਸਾਹਿਬ ਆ, ਸਿੱਖਾਂ ਦਾ ਬਣਾਇਆ ਹੋਇਆ ਦਰਬਾਰ ਸਾਹਿਬ ਆ, ਤੇ ਇਹਦਾ ਨੁਕਸਾਨ ਹੋਇਆ ਆ ਤੇ ਸਾਡੀਆਂ ਸਾਰੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ। ਸਾਰਾ ਜਿਹੜੀ ਸਿੱਖ ਕੌਮ ਜਿੰਨੀ ਵੀ ਹੈ, ਕਰੋੜਾਂ ਅਰਬਾਂ, ਚਲੋ ਅਰਬਾਂ 'ਚ ਤਾਂ ਨਹੀਂ ਅਸੀਂ ਹੈਗੇ, ਪਰ ਜਿੰਨੀ ਵੀ ਆ, ਸਾਡੇ ਸਾਰਿਆਂ ਵੱਲੋਂ ਇਹ ਕਲਾਸ ਐਕਸ਼ਨ ਹੋਣਾ ਚਾਹੀਦਾ ਕਿ ਸਾਰਿਆਂ ਨੂੰ ਮੁਆਵਜ਼ਾ ਦਿੱਤਾ ਜਾਵੇ। ਸਾਰਿਆਂ ਦੀਆਂ ਭਾਵਨਾ ਹਰਟ ਹੋਈਆਂ ਨੇ। ਸਾਡੀ ਲੋਕਾਂ ਦੀ ਡੋਨੇਸ਼ਨ ਨਾਲ, ਜੇ ਆਪਾਂ ਕਹੀਏ ਕਿ ਸੇਵਾ ਨਾਲ ਇਹ ਦਰਬਾਰ ਸਾਹਿਬ ਦੇ ਵਿੱਚ ਹਰ ਚੀਜ਼ ਬਣੀ ਆ, ਤੇ ਸਾਡਾ ਹੱਕ ਆ ਉਹਨਾਂ ਦੇ ਵਿੱਚ। ਨਾ ਕੋਈ ਕਿਸੇ ਆਪਾਂ ਟਕਸਾਲ ਦੀ ਗੱਲ ਕਰੀਏ ਜਾਂ ਸ਼੍ਰੋਮਣੀ ਕਮੇਟੀ ਦੀ ਗੱਲ ਕਰੀਏ, ਚਲੋ ਉਹ ਅੱਗੇ ਪੈਰਵੀ ਕਰਨ, ਪਰ ਜਿਹੜਾ
ਕਲੇਮ ਸਾਡੇ ਸਾਰਿਆਂ ਵੱਲੋਂ ਹੋਣਾ ਚਾਹੀਦਾ। ਜੀ। ਤੁਹਾਡੀ ਕੀ ਰਾਏ ਹੈ ਇਹਦੇ ਬਾਰੇ? ਨਹੀਂ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਆ, ਪਰ ਉੱਥੇ ਡਿਸਐਗਰੀ ਆ ਕਿ ਸਾਨੂੰ ਸਾਰਿਆਂ ਨੂੰ ਮਿਲਣਾ ਚਾਹੀਦਾ। ਕੱਲੇ ਕੱਲੇ ਸਿੱਖ ਦੇ ਘਰ ਮੁਆਵਜ਼ਾ ਪਹੁੰਚਾਉਣਗੇ। ਨਹੀਂ, ਸ਼੍ਰੋਮਣੀ ਉਹ ਕਮੇਟੀ ਸਾਡੀ action ਆਪਣੇ ਸਰਵਉੱਚ ਵੱਲੋਂ ਹੋਣਾ, ਕਮੇਟੀ ਆ ਜੀ, ਉਹਨਾਂ ਨੇ ਜਾਣਾ ਤਾਂ ਕੀਤਾ। ਸਾਰਾ ਉੱਥੇ ਹੀ ਹੈਗਾ। ਕਿਹੜੇ ਸਿੱਖ ਨੇ ਲੈਣਾ ਇਹੋ ਜਿਹਾ ਪੈਸਾ? ਨਹੀਂ ਤੁਸੀਂ ਆ ਗਏ ਨਾ, ਮੈਨੂੰ ਉਹਨੂੰ ਬੈਲੈਂਸ ਕਰਨਾ ਪੈਣਾ। ਤੁਸੀਂ ਕਿਹਾ, ਮੈਂ ਨਹੀਂ ਕਿਹਾ, ਤੁਸੀਂ ਕਿਹਾ ਕਿ ਸਾਨੂੰ ਸਾਰੇ ਸਿੱਖਾਂ ਨੂੰ ਮਿਲਣਾ ਚਾਹੀਦਾ। ਸ਼੍ਰੋਮਣੀ ਕਮੇਟੀ ਕੇਸ ਲੜ ਰਹੀ ਹੈ ਵੀ ਉੱਥੇ ਆਪਾਂ ਕੋਰਟ ਦੇ ਵਿੱਚ ਤਾਂ ਸਾਬਤ ਕਰੀਏ ਨਾ ਵੀ ਸਾਰੇ ਸਿੱਖਾਂ ਦਾ ਕਲੇਮ ਹੈ। ਬਸ ਸ਼੍ਰੋਮਣੀ ਕਮੇਟੀ ਫਿਰ ਜਿਹੜੀ ਡਜਨ ਮੈਟਰ ਉਹਦੇ ਤੇ ਕੋਈ ਵੀ ਇਸ ਵਕਤ ਚਾਹੇ ਬੀਬੀ ਜਗੀਰ ਕੌਰ ਹੈ, ਚਾਹੇ ਕੋਈ ਹੋਰ ਹੈ ABC, ਪਰ ਉਹ ਸਿੱਖਾਂ ਦੀ ਇੱਕ ਚੁਣੀ ਹੋਈ ਜਮਾਤ ਹੈ, ਸਿੱਖਾਂ ਦੀ ਪ੍ਰਵਾਨਿਤ ਜਮਾਤ ਹੈ, ਉਹ ਕੇਸ ਲੜ ਰਹੀ ਹੈ। ਉਹਨਾਂ ਨੇ ਆਪਣੇ ਵੱਲੋਂ ਕੀਤਾ ਨਾ, ਉਹਨਾਂ ਨੇ ਸਿੱਖ ਸੰਗਤ ਦਾ ਨਾਮ ਵਿੱਚ ਦਰਜ ਨਹੀਂ ਕੀਤਾ ਹੈ। ਸ਼੍ਰੋਮਣੀ ਕਮੇਟੀ ਸਿੱਖਾਂ ਦੀ ਹੀ ਸਰਮੋਰ ਸੰਸਥਾ ਹੈ ਸਰਦਾਰ ਜੀ। ਸਾਰਾ ਕੁਝ ਆ ਗਿਆ ਹਾਥੀ ਕੇ ਪਾँव में सबका पाँव। ਹਰ ਪਾਰਟੀ ਸਾਰਿਆਂ ਦੇ ਲਈ ਹੁੰਦੀ ਪਾਰਟੀ ਆ। ਥੋੜੀ ਆ ਉਹ ਪਾਰਟੀ ਤੇ ਸ਼੍ਰੋਮਣੀ ਕਾਂਗਰਸ ਅਕਾਲੀ ਦਲ ਪਾਰਟੀ ਹੈ, ਭਾਜਪਾ ਪਾਰਟੀ ਹੈ, ਆਮ ਆਦਮੀ ਪਾਰਟੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਪਾਰਟੀ ਹੈ। ਨਹੀਂ, ਸਿੱਖਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਾਡੀ ਪ੍ਰਬੰਧਕੀ ਢਾਂਚਾ ਆ। ਪ੍ਰਬੰਧਕੀ ਢਾਂਚਾ ਹੀ ਸਿੱਖਾਂ ਦਾ ਹੋ ਗਿਆ ਨਾ। ਕਿਹਦਾ ਸਾਹਿਬ ਕੀ ਕਹਿਣਾ ਚਾਹੋਗੇ? ਇਹ ਸ਼੍ਰੋਮਣੀ ਕਮੇਟੀ ਜਿਹੜੀ ਹੈਗੀ ਹੈ ਨਾ ਜੀ, ਉਹ ਸੱਚੀ ਮੁੱਚੀ ਜਿਹੜੀ ਹੈਗੀ ਆ ਉਹ ਸਿੱਖਾਂ ਦੀ ਜਮਾਤ ਕਰਦੀ ਹੈ, ਸਿੱਖਾਂ ਦੀ ਪੈਰਵਾਈ ਕਰਨ ਵਾਲੀ ਜਮਾਤ ਹੈ। ਅਸੀਂ ਕਿਵੇਂ ਉਹਨੂੰ ਤੋੜ ਸਕਦੇ ਹਾਂ? ਉਹ ਗੱਲ ਵੱਖ ਹੈ ਵੀ ਤੇ ਕਾਬਜ ਕੌਣ ਆ, ਪਰ ਹੈ ਤਾਂ ਸਿੱਖਾਂ ਦੀ ਜਮਾਤ ਹੈ ਜੀ। ਪਾਕ ਆਪ ਚ ਕੋਈ ਵੀ ਹੋਵੇ, ਸੇਵਾ ਇਸ ਵਕਤ ਕੋਈ ਵੀ ਕਰ ਰਿਹਾ ਹੋਵੇ, ਕਿੱਦਾਂ ਇੰਡੀਵਿਜੂਅਲ ਤੌਰ ਤੇ ਕਿਹੜੀ ਫਿਰ ਹੋਊਗੀ? ਕੋਈ ਪ੍ਰਵਾਨ ਹੈ? ਕੋਈ ਹੋਰ ਦੱਸੋ ਮੈਨੂੰ। ਠੀਕ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਕੱਲ ਮਿਲਦੇ ਹਾਂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।